ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਾਰੇ ਹੀ ਬਹੁਤ ਬੜਭਾਗੀ ਹੈ ਜੋ ਸੰਗਤ ਰੂਪ ਦੇ ਵਿੱਚ ਇਕੱਠੇ ਹੋਏ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਆਪਣੇ ਜੀਵਨ ਦੀ ਜਾਂਚ ਨੂੰ ਸਿੱਖ ਰਹੇ ਆ ਸਾਰੇ ਹੀ। ਆਪਾਂ ਗੁਰਮੁਖੋ ਉਹਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇੱਕ ਮਨਮੁਖ ਦੀ ਵਰਤੀ ਦੀ ਸੋਝੀ ਲੈਣੀ ਆ ਕਿ ਉਹ ਜੋ ਮਨਮੁਖ ਹੈ, ਜੋ ਮਨਮੁਖ ਹੋ ਗਿਆ, ਉਹਦੇ ਬਾਰੇ ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਸਾਨੂੰ ਜਾਣਕਾਰੀ ਦਿੰਦੇ ਕਿ ਮਨਮੁਖ ਜੋ ਮਨ ਹੋ ਗਿਆ ਉਹਦੀ ਕੈਸੀ ਵਰਤੀ, ਉਹਦੀ ਕੀ ਪਹਿਚਾਨ ਹੈ। ਸਾਨੂੰ ਕਿਵੇਂ ਪਤਾ ਲੱਗੂਗਾ ਕਿ ਉਹ ਮਨਮੁਖ ਹੈ ਜਾਂ ਮਨਮੁਖ ਤੇ ਫਿਰ ਕੁਛ, ਜਿਵੇਂ ਕਿ ਆਪਾਂ ਸਾਰੇ ਹੀ ਹੁਣ ਜੀਵਨ ਦੀ ਜਾਂਚ ਨੂੰ ਸਿੱਖ ਰਹੇ ਹਾਂ ਤੇ ਆਪਾਂ ਕੌਣ ਸੀ ਅਵਸਥਾ ਦੇ ਵਿੱਚ ਜਾ ਰਹੇ ਹਾਂ ਸਿੱਖਦੇ ਹੋਇਆ, ਤੇ ਮਨਮੁਖ ਦੀ ਵਰਤੀ ਤੋਂ ਕਿਵੇਂ ਸਾਡੇ ਅੰਦਰ ਬਦਲਾਵ ਆ ਰਿਹਾ ਹੈ। ਉਹ ਮਨਮੁਖ ਵਾਲੀ ਵਰਤੀ ਨੂੰ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛਣਾ ਹੈ ਕਿ ਉਹਦੀਆਂ ਕੀ ਨਿਸ਼ਾਨੀਆਂ ਹੈ ਕਿ ਜੇ ਅਗਰ ਮਨਮੁਖ ਹੈ, ਮਨਮੁਖ ਵਰਤੀ ਦੇ ਵਿੱਚ ਵਿਚਰ ਜਾਂਦਾ ਹੈ ਜਾਂ ਵਿਚਰ ਰਿਹਾ ਹੈ, ਤੇ ਉਹ ਕੌਣ ਸੀਆਂ ਨਿਸ਼ਾਨੀਆਂ ਹੈ, ਸਾਨੂੰ ਕਿਵੇਂ ਪਤਾ ਲੱਗੂਗਾ ਕਿ ਅਸੀਂ ਸਾਧੂ ਦੀ ਅਵਸਥਾ ਤੋਂ ਪਹੁੰਚ ਗਏ ਜਾਂ ਸੰਤ ਦੀ ਅਵਸਥਾ ਤੋਂ ਪਹੁੰਚ ਗਏ ਜਾਂ ਗੁਰਮੁਖ ਦੀ ਅਵਸਥਾ ਤੋਂ ਪਹੁੰਚ ਗਏ। ਉਹਦਾ ਆਪਾਂ ਨੂੰ ਕੈਸੇ ਭੇਦ ਆਊਗਾ, ਉਹ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛਦੇ हैं। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸੋਝੀ ਦੇਣੇ ਜੋ ਮਨਮੁਖ ਹੈ, ਮਨਮੁਖ ਦੀ ਜੋ ਵਰਤੀ ਹੈ ਉਹ ਕੈਸੀ ਹੈ। ਕਹਿੰਦੇ ਵੀ ਸਾਨੂੰ ਪ੍ਰਮਾਤਮਾ ਦੇ ਘਰ ਤੇ ਆਏ ਹੋਏ ਚੌਥਾ ਯੁੱਗ ਚੱਲ ਰਿਹਾ, ਲਗਾਤਾਰ ਆਪਾਂ ਨੂੰ 3 ਯੁੱਗ ਬੀਤ ਗਏ, ਚੌਥਾ ਚੱਲ ਰਿਹਾ ਹੈ ਔਰ ਇਤਨਾ ਲੰਬਾ समय ਹੋ ਗਿਆ ਆਪਾਂ ਨੂੰ ਮਾਇਆ ਦਾ ਸੰਗ ਕਰਦੇ ਹੋਏ। ਉਹ ਮਾਇਆ ਸਾਡੇ ਸਾਥ ਕਿਸ ਤਰੀਕੇ ਨਾਲ ਬੰਧੀ ਹੋਈ ਹੈ, ਕਿਉਂਕਿ ਆਪਾਂ ਨੂੰ ਇੰਨੀ ਵੀ ਸੋਝੀ ਨਹੀਂ ਹੈਗੀ। ਜੋ ਦ੍ਰਿਸ਼ਟਮਾਨ ਰੂਪ ਦੇ ਵਿੱਚ ਸਾਨੂੰ ਗਿਆਨ ਦ੍ਰਿੜ ਕਰਾਇਆ ਜਾਂਦਾ ਹੈ, ਕੇਵਲ ਔਰ ਕੇਵਲ ਸਾਨੂੰ ਉਹਦੀ ਸੋਝੀ ਹੈ। ਸੁਖਮ ਦੇ ਵਿੱਚ ਮਾਇਆ ਸਾਨੂੰ ਕਿਸ ਤਰ੍ਹਾਂ ਤੇ ਕਵਰ ਕਰੇ ਹੋਏ ਹੈ, ਉਹਦੀ ਸੋਝੀ ਵਾਹਿਗੁਰੂ ਆਪਾਂ ਨੂੰ ਹੈ ਨਹੀਂ। तो जो गुरु ग्रंथ साहब महाराज जी सानू सोझी देने हैं वो केवल और केवल उस मन दी जो मन सुखम है, उस मन दे परिवार दी जो उदा परिवार सुखम है, उस मन दे जो बंधन पड़े हुए हैं वो भी सुखम है, उस मन दे जो पंजा दे साथ जो खेल चल रहा है जिन्हों दे साथ वो भी सुखम है और मन दा जो खेल है वो भी सुखम है। ਤੇ ਉਹ ਸੁਖਮ ਦੇ ਵਿੱਚ ਸਾਨੂੰ ਕਿੱਥੇ ਮਾਇਆ ਬੰਧਨ ਪਾਏ ਹੋਏ ਹੈ ਉਹ ਆਪਾਂ ਨੇ ਸੋਝੀ ਮਹਾਰਾਜ ਤੋਂ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੋਝੀ ਦੇਣਾ, ਕਹਿੰਦੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ। ਸਾਡੀ ਜੋ ਵਰਤੀ ਹੋ ਗਈ, ਜੋ ਇਸ ਸੰਸਾਰ ਤੋਂ ਮਨਮੁਖ ਵਰਤੀ ਦੇ ਵਿੱਚ ਜੋ ਮਨ ਬੱਚੇ ਮਨਮੁਖਤਾ ਤੋਂ ਆਪਣਾ ਜੀਵਨ ਅਜੇ ਤੱਕ ਬਿਤਾਉਂਦੇ ਆਏ ਹੈ, ਉਹਨਾਂ ਦੇ ਅੰਦਰ ਸੁਖਮ ਦੇ ਵਿੱਚ ਕਿਸੇ ਤਰੀਕੇ ਤੇ ਮਾਇਆ ਉਹਨਾਂ ਨੂੰ ਕਵਰ ਕਰੇ ਹੋਏ ਹੈ, ਕੰਟਰੋਲ ਕਰੇ ਹੋਏ ਹੈ, ਉਹ ਆਪਾਂ ਨੇ ਝਾਕੀ ਮਾਰ ਕੇ ਦੇਖਣੀ ਹੈ। ਉਹ ਕਹਿੰਦੇ ਵੀ ਆਪਾਂ ਨੇ ਅਜਲੋ ਕ੍ਰੋਧ ਨੂੰ ਦ੍ਰਿਸ਼ਟਮਾਨ ਰੂਪ ਦੇ ਵਿੱਚ ਕभी ਦੇਖਾ ਨਹੀਂ ਦੇਖਾ, ਮੋਹ ਨੂੰ ਦੇਖਾ ਨਹੀਂ ਦੇਖਾ, ਲੋਭ ਨੂੰ ਦੇਖਾ ਨਹੀਂ ਦੇਖਾ। ਹਾਂ, ਬੰਦੇ ਦੇ ਵਿੱਚ ਬੋਡੀ ਤੇ ਵਿਚਰਦੇ ਹੋਏ ਦੇਖਾ ਹੈ ਲੇਕਿਨ ਉਸ ਭਾਵ ਨੂੰ ਨਹੀਂ ਦੇਖਾ, क्योंकि भाव तो सुखम है, चाहे वो क्रोध का हो, लोभ का हो, मोह का हो, अहंकार का हो, वो सुखम है ना। लेकिन ਉਹਦੀ ਬੋਡੀ ਦੇ ਜਿਸ ਬੰਦੇ ਤੇ ਉਹ ਵਿਚਰੇਂਗੇ ਉਸ ਬੋਡੀ ਦੇ ਐਕਸਪ੍ਰੈਸ਼ਨ ਵੱਖਰੇ ਹੀ ਹੋਣਗੇ। ਉਸ ਤੋਂ ਆਪਾਂ ਕੈਚ ਕਰ ਜਾਂਦੇ ਜੀ ਇਹਨਾਂ ਨੂੰ ਕ੍ਰੋਧ ਆ ਗਿਆ, ਇਹਨਾਂ ਨੂੰ ਲੋਭ ਆ ਗਿਆ, ਇਹਨਾਂ ਨੂੰ ਮੋਹ ਆ ਗਿਆ। ਕਿਉਂ? ਕਿਉਂਕਿ ਉਹ ਦ੍ਰਿਸ਼ਟਮਾਨ ਰੂਪ ਦੇ ਵਿੱਚ ਉਸ ਵਰਤੀ ਦੇ ਸਾਥ ਵਿਚਰਨਾ ਸ਼ੁਰੂ ਕਰ ਦਿੰਦਾ ਔਰ ਦ੍ਰਿਸ਼ਟਮਾਨ ਰੂਪ ਦੇ ਵਿੱਚ ਵੀ ਐਸੇ ਹੀ क्रियाकलाप करना बंदा शुरू कर देता है। तो जो साड़ी अपनी कैचिंग पावर बनी हुई है वो है साड़ी दृष्टमान दे विच कैच करने वाली। लेकिन जो गुरु ग्रंथ साहब महाराज जी सानू पूर्ण तरह बंधना तो मुक्त करने की बात करते हैं, वो कहने सुखम की भी सोझी लै लो। दृष्टमान ते बचना थोड़े लिए सौखा है लेकिन सुखम ते बचना बहुत औखा है। उस सुखम दे विच भी थानू बहुत बंधन पाई जाती है, लेकिन वो बंधन पा किस तरीके ते रखे हैं सानू आप नू साने अपने अंदर झांकी मार के देखनी है कि कुछ बंधन कट गए या बंधन होने बाकी अंदर रह रहे हैं।
सारा खेल साढ़े अपने मन दा विद विचारा दा है। सिर्फ और सिर्फ इतना ही खेल है कि साड़ा मन और विचार। ਹੁਣ ਆਪਾਂ ਨੇ ਆ ਦੇਖਣਾ ਹੈ ਕਿ ਸਾਨੂੰ ਕਿਸ ਤਰੀਕੇ ਦੇ ਵਿਚਾਰ ਫਿਲਹਾਲ ਜ਼ਿਆਦਾ ਕੰਟਰੋਲ ਕਰਦੇ ਹਨ। ਗਿਆਨ ਦੀ ਵੀ ਹੋਮੇ ਹੈ, ਜਿਵੇਂ ਬਹੁਤ ਜ਼ਿਆਦਾ ਕਥ ਨੂੰ ਦ੍ਰਿੜ ਕਰੀ ਜਾਓ, ਕਥ ਦਾ ਗਿਆਨ ਲਿਆ ਜਾਓ, ਉਹ ਵੀ ਇੱਕ ਸ਼ਾਬਦਿਕ ਰੂਪ ਦੇ ਵਿੱਚ ਸਾਨੂੰ ਦਿਆ ਜਾਂਦਾ ਹੈ। ਉਹ ਕਿਉਂ ਦਿਆ ਜਾਂਦਾ ਹੈ? ਸ਼ਾਬਦਿਕ ਰੂਪ ਦੇ ਵਿੱਚ ਸਾਨੂੰ ਗੁਰਮੁਖ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਦ੍ਰਿੜ ਕਰਾਣੇ ਹੈ, ਤਾਂ ਕਿ ਅਸੀਂ ਆਪਣੇ ਸੁਖਮ ਦੇ ਖੇਲ ਨੂੰ ਪਹਿਚਾਨ ਸਕਣ। ਜੇ ਅਗਰ ਅਸੀਂ ਉਹਨੂੰ ਦ੍ਰਿਸ਼ਟਮਾਨ ਦੇ ਵਿੱਚ ਉਹਨੂੰ ਦ੍ਰਿੜ ਕਰਦੇ ਰਹੇ, ਲੇਕਿਨ ਆਪਾਂ ਪ੍ਰੈਕਟੀਕਲੀ ਨਹੀਂ ਉਤਰੇ, ਤੇ ਆਪਾਂ ਦੇ ਜੋ ਬੰਧਨ ਸੁਖਮ ਦੇ ਵਿੱਚ ਪਏ ਹੋਏ ਹੈ ਉਹਨਾਂ ਨੂੰ ਆਪਾਂ ਕਦੀ ਨਹੀਂ ਕੱਟ ਸਕਦੇ। ਉਹਦੇ ਲਈ ਆਪਾਂ ਨੂੰ ਆਪਣੇ ਆਪ ਦੇ ਅੰਦਰ ਉਤਰਨਾ ਪੜੂਗਾ, ਆਪਣੇ ਅੰਦਰ ਆਪਣੇ ਮਨ ਨੂੰ ਦੇਖਣਾ ਪੜੂਗਾ, ਖੁਦ ਇੱਕ ਦਰਪਣ ਦੀ ਤਰ੍ਹਾਂ ਕਿ ਵੀ ਕਿੰਨਾ ਕੁ ਸਾਫ਼ ਹੋ ਗਿਆ, ਕਿੰਨਾ ਕੁ ਰਹਿ ਗਿਆ। ਉਹ ਹੋਊਗਾ ਫਿਰ ਉਸ ਵਿਧੀ ਨਾਲ ਹੋਊਗਾ ਪਰਮਾਤਮਾ ਦੇ ਮਿਲਾਪ। ਜਿਵੇਂ ਕਿ ਗੁਰਬਾਣੀ ਦੇ ਵਿੱਚ ਸਾਨੂੰ ਸੋਝੀ ਦੀ ਗਈ ਹੈ ਕਿ ਜਿਵੇਂ ਰਾਈ ਦਾ ਇੱਕ ਦਾਣਾ, ਉਹਦਾ ਵੀ 10ਵਾਂ ਅੰਸ਼, ਔਰ ਉਹਦਾ ਵੀ ਬਹੁਤ ਕੰਮ ਕਰਕੇ ਬਤਾਇਆ ਹੈ ਗੁਰਬਾਣੀ ਦੇ ਵਿੱਚ ਕਿ ਇੰਨੀ ਬਰੀਕੀ ਹੈ ਇਸ ਸੁਖਮ ਖੇਲ ਦੇ ਵਿੱਚ। ਤੇ ਜੇ ਆਪਾਂ ਨੇ ਇਸ ਤਰੀਕੇ ਤੇ ਵਿਚਰਨਾ ਹੈ ਤੇ ਆਪਾਂ ਨੂੰ ਜੀਵਨ ਦੀ ਜਾਂਚ ਨੂੰ ਬਰੀਕੀ ਤੇ ਸਿੱਖਣਾ ਪੜੂਗਾ। ਹੁਣ ਆਪਾਂ ਨੇ ਦੇਖਣਾ ਹੈ ਕਿ ਆਪਣੇ ਜੀਵਨ ਦੇ ਵਿੱਚ ਆਪਣੇ ਜੋ ਦ੍ਰਿਸ਼ਟਮਾਨ ਰੂਪ ਦੇ ਵਿੱਚ ਵਿਚਰ ਰਹੇ ਹੈ, ਲੇਕਿਨ ਸੁਖਮ ਦੇ ਵਿੱਚ ਵੀ ਆਪਾਂ ਨੇ ਝਾਕੀ ਮਾਰ ਕੇ ਦੇਖਣੀ ਕਿ ਕਿਤਨੀ ਕੁ ਬੰਧਨ ਰਹਿ ਗਏ, ਕਿ ਵਿਚਾਰ ਸਾਨੂੰ ਹੁਣ ਵੀ ਕੰਟਰੋਲ ਕਰ ਲੈਣੇ ਹੈ ਇੱਕ ਅਵਸਥਾ ਦੇ ਵਿੱਚ ਆ ਕੇ, ਉਹਨਾਂ ਤੇ ਆਪਾਂ ਪ੍ਰਭਾਵਿਤ ਹੋ ਜਾਂਦੇ ਹਾਂ। ਜਿਵੇਂ ਲਾ ਲਓ ਆਪਾਂ ਨੂੰ ਬੋਲਿਆ ਗਿਆ, ਆਪਾਂ ਨੂੰ ਭੇਦ ਜੋ ਦਿਆ ਜਾ ਰਿਹਾ ਉਹ ਦਿਆ ਜਾ ਰਿਹਾ ਸੁਖਮ ਦਾ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਕਮ ਕਰਾ ਕਿ ਤੁਹਾਨੂੰ ਕ੍ਰੋਧ ਨਹੀਂ ਕਰਨਾ, ਤੇ ਆਪਾਂ ਦੀ ਇੱਕ ਸਿਚੁਏਸ਼ਨ ਬਣੀ ਹੋਈ ਹੈ ਕਿ ਆਪਾਂ ਕਹਿੰਦੇ ਜੀ ਸਾਨੂੰ ਪਤਾ ਨਹੀਂ ਲੱਗਦਾ, ਕ੍ਰੋਧ ਆ ਜਾਂਦਾ ਹੈ। ਇਹਦਾ ਮਤਲਬ ਕਿ ਆਪਾਂ ਸੁਖਮ ਦੇ ਵਿੱਚ ਹੁਣੇ ਪੂਰੀ ਕਲੀਅਰਟੀ ਦੇ ਸਾਥ ਉਤਰੇ ਨਹੀਂ, ਸੁਖਮ ਦੀ ਸੋਝੀ ਆਪਾਂ ਨੇ ਲਈ ਨਹੀਂ। ਕਿਉਂ? ਕਿਉਂਕਿ ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਜਦ ਐਕਟੀਵਿਟੀ ਜੋ ਕਿਰਿਆਕਲਾਪ ਹੋ ਜਾਂਦਾ ਹੈ, ਉਹਦੇ ਬਾਅਦ ਆਪਾਂ ਉਹਦਾ ਪਛਤਾਵਾ ਕਰਦੇ ਕਿ ਜੀ ਸਾਨੂੰ ਕ੍ਰੋਧ ਆ ਗਿਆ, ਜਾਂ ਲਾ ਲਓ ਕਿ ਆਪਾਂ ਨੂੰ ਮੋਹ ਆ ਗਿਆ। ਆਪਾਂ ਬਾਤ ਕਹਿੰਦੇ ਜੀ ਅਸੀਂ ਅਕਾਲ ਪੁਰਖ ਜੀ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਜੀ ਅਸੀਂ ऐसे किसी कामकाज तो ना जुड़े जो उन्होंने पसंद ना हो। लेकिन कोई टाइम ऐसा बंदा है कि अपन भेद क्रियाकलाप होने के बाद वो वक्त जब बीत जाता है, उस सिचुएशन ਦੇ ਵਿੱਚ ਆਪਾਂ ਨਿਕਲ ਜਾਂਦੇ, ਉਸ ਤੋਂ ਬਾਅਦ ਆਪਾਂ ਨੂੰ ਉਸ ਚੀਜ਼ ਦਾ ਭੇਦ ਆਉਂਦਾ ਜੀ ਕਿ ਇਹ ਤਾਂ ਗਲਤ ਹੋ ਗਿਆ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕੀ ਬਣਾਣੇ ਦੇ ਭੇਦ ਦੇਣੇ, ਕਿਸ ਲੈਵਲ ਤੇ ਲੈ ਕੇ ਜਾਣੇ ਦੀ ਬਾਤ ਕਰ ਰਹੇ ਹੋ। ਕਹਿੰਦੇ ਕਿ ਤੁਹਾਨੂੰ ਉਹ ਸਭ ਕੁਝ ਹੋਣੇ ਤੇ ਪਹਿਲੇ ਪਤਾ ਚੱਲਾ ਤਾਂ ਤੁਹਾਨੂੰ ਸੁਖਮ ਦੀ ਸੋਝੀ ਲੈ ਲਈ। ਜੇ ਅਗਰ ਤੁਹਾਨੂੰ ਬਾਅਦ ਨੂੰ ਪਤਾ ਚੱਲ ਰਿਹਾ, ਜਾਂ ਵੀ ਇੱਕ ਅਵਸਥਾ ਹੈ ਮਨਮੁਖ ਦੀ, ਜੋ ਅਵਸਥਾ ਹੈ ਮਨਮੁਖ ਨੂੰ ਅਗਰ ਕੁਝ ਗਲਤ ਔਰ ਸਹੀ ਦਾ ਉਹਨੂੰ ਭੇਦ ਹੀ ਨਹੀਂ ਹੁੰਦਾ, ਅਗਰ ਗਲਤ ਹੋ ਵੀ ਜਾਵੇ ਤੇ ਉਹਨੂੰ ਪਛਤਾਵਾ ਨਹੀਂ ਹੋਣਾ। अगर ਉਹਦੇ ਸਾਥ ਕੋਈ जैसे कि दुनियावी दृष्टमान रूप ਦੇ ਵਿੱਚ ਉਹ ਵਿਚਰਦਾ ਹੈ, ਅਗਰ ਉਹਦੇ ਕਿਰਿਆਕਲਾਪ ਗਲਤ ਹੋ ਵੀ ਜਾਵੇ ਤੇ ਉਹਨੂੰ ਪਛਤਾਵਾ ਨਹੀਂ, ਕਿਉਂਕਿ ਉਹਦੇ ਅੰਦਰ ਗੁਰਮਤ ਨਹੀਂ, ਉਹਨੂੰ ਇੰਨੀ ਮਤ ਨਹੀਂ ਕਿ ਕੀ ਗਲਤ ਹੈ ਔਰ ਕੀ ਸਹੀ ਹੈ। ਉਸ ਤੋਂ ਬਾਅਦ ਦੀ ਅਵਸਥਾ ਆਈ ਕਿ ਇੱਕ ਅਵਸਥਾ ਦੇ ਵਿੱਚ ਜਾ ਕੇ ਸਾਨੂੰ ਭੇਦ ਆਣਾ ਸ਼ੁਰੂ ਹੋ ਗਿਆ ਕਿ ਵੀ बात ਤੇ ਹੀ ਸਹੀ, लेकिन आना शुरू हो गया कि जी ऐसा गलत है, ठीक है। गुरमत पे मन कम करना शुरू कर दिया। ਉਸ ਤੋਂ ਬਾਅਦ ਦੀ ਜੋ ਅਵਸਥਾ ਹੈ ਉਹਦੇ ਵਿੱਚ ਉਹ ਸਾਨੂੰ ਸੋਝੀ ਦੇ ਰਹੇ, ਕਿਉਂਕਿ ਉਹ ਸਾਨੂੰ ਸੁਖਮ ਦੀ ਸੋਝੀ ਦੇ ਰਹੇ। ਸੁਖਮ ਦੇ ਵਿੱਚ ਕੈਚ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਜੋ ਸਾਡਾ ਮਨ ਹੈ ਉਹ ਆਪ ਵੀ ਸੁਖਮ ਹੈ, ਔਰ वो जो पंज है जिन्हों ने सानू बंधन पा रखे हैं वो पंज भी सुखम है। ਚਾਹੋ ਤਾਂ ਤੁਸੀਂ ਉਹਨਾਂ ਨੂੰ ਸੁਰਤ ਦੇ ਰਾਹੀਂ ਕੈਚ ਕਰ ਸਕਦੇ ਹੋ, ਲੇਕਿਨ ਉਹਦੇ ਲਈ ਆਪਾਂ ਨੂੰ ਸਹਿਜ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ। ਜਿੰਨਾ ਕੁ ਆਪਾਂ ਸਹਿਜ ਦੇ ਵਿੱਚ ਵਿਚਰਾਂਗੇ ਉਨਾ ਆਪਾਂ ਉਹਨਾਂ ਦੀ ਸੋਝੀ ਲੈ ਸਕਦੇ ਹਾਂ, ਉਹਨਾਂ ਤੋਂ ਆਪਣਾ ਬਚਾਵ ਕਰ ਸਕਦੇ ਹਾਂ। लेकिन जो मनमुख वाली वृत्ति वाली जो भेद वो सानू दे रहे हैं, जो मनमुख वृत्ति ਦੇ ਵਿੱਚ ਵਿਚਰ ਰਹੇ हैं, ਤੇ ਕਹਿੰਦੇ ਉਹਨਾਂ ਦੀ ਕੀ ਪਹਿਚਾਨ ਹੈ? ਉਹ ਕਹਿੰਦੇ ਕਿ ਉਹ क्रोध करना नहीं ਛੱਡਦੇ। ਉਹ ਲੋਭ भी किसी टाइम तो कर जाने हैं,
ਲੇਕਿਨ ਕਬੀਰਦਾਸ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਕੀ ਸੋਝੀ ਦੀ, ਕਹਿੰਦੇ ਵੀ ਹਰ ਜਨ ਕੈਸਾ ਹੋਣਾ ਚਾਹੀਏ, ਕਹਿੰਦੇ ਹਰ ਹੀ ਜੈਸਾ ਹੋਣਾ ਚਾਹੀਏ। ਪਰਮਾਤਮਾ ਨੂੰ ਕੋਈ ਕ੍ਰੋਧ ਨਹੀਂ ਆਉਂਦਾ, ਪਰਮਾਤਮਾ ਤਾਂ ਸਹਿਜ ਦੇ ਵਿੱਚ ਗੁਣਾਂ ਦਾ ਸਾਗਰ ਹੈ। ਉਹ ਪਰਮਾਤਮਾ ਨਿਰਵੈਰ ਹੈ, ਨਿਰਭਉ ਹੈ, ਨਿਰਵੈਰ ਹੈ, ਗੁਣਾਂ ਦਾ ਸਾਗਰ ਹੈ। ਲੇਕਿਨ ਆਪਾਂ ਉਹਦੇ ਵਰਗੇ ਬਣਨਾ ਚਾਹ ਰਹੇ ਹਾਂ। ਵਰਗੇ ਦਾ ਮਤਲਬ ਹੈ ਕਿ ਆਪਾਂ ਉਸ ਚ ਸਮਾਣਾ ਚਾਹ ਰਹੇ ਹਾਂ ਤੇ ਉਸ ਚ ਉਹਦਾ ਹੀ ਰੂਪ ਹੋ ਕੇ ਸਮਾਇਆ ਜਾਊਗਾ। ਲੇਕਿਨ ਅਗਰ ਆਪਣੇ ਵਿੱਚ ਕਮੀਆਂ ਆ ਜਾਣੀਆਂ ਕਿ ਆਪਾਂ ਨੂੰ ਕ੍ਰੋਧ ਆ ਰਿਹਾ ਹੈ ਤੇ ਵਾਹਿਗੁਰੂ ਆਪਾਂ ਪੂਰਨ ਤਰ੍ਹਾਂ ਤਿਆਰ ਨਹੀਂ ਹੋਏ, ਇਹਦਾ ਮਤਲਬ ਕਿ ਆਪਾਂ ਪੇ ਉਹ ਪੰਜ ਕੰਮ ਕਰ ਜਾਂਦੇ। ਇਸ ਲਈ ਸਾਨੂੰ ਅਗਰ ਉਹ ਪ੍ਰਮਾਤਮਾ ਤੇ ਮਿਲਾਪ ਆਪਾਂ ਸਾਰਿਆਂ ਨੇ ਹੀ ਕਰਨਾ ਹੈ ਤੇ ਉਸ ਤਰੀਕੇ ਤੇ ਵਿਚਰਨਾ ਪੜੂਗਾ ਜਿਸ ਤਰੀਕੇ ਤੇ ਸਾਨੂੰ ਗੁਰਬਾਣੀ ਗੁਰੂ ਫਰਮਾਨ ਕਰਦੇ ਕਿ ਐਸੀ ਵਰਤੀ ਬਣਾਓ ਕਿ ਤੁਹਾਡੇ ਵਿੱਚ ਤੇ ਮਾਲਿਕ ਦੇ ਵਿੱਚ ਕੋਈ ਫਰਕ ਨਾ ਰਹਿ ਜਾਣਾ। ਫਰਕ ਤੋਂ ਭਾਵ ਹੈ ਕਿ ਉਹਦੇ ਗੁਣਾਂ ਦਾ ਚੇਤਾ ਕਰੋ, ਉਹਦੇ ਗੁਣਾਂ ਨੂੰ ਧਾਰਨ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਕਹਿੰਦੇ ਹੈ। ਲੇਕਿਨ ਉਹਦੇ ਗੁਣ ਆਪਾਂ ਕੋਸ਼ਿਸ਼ ਕਰ ਰਹੇ ਹਾਂ ਆਪਾਂ ਸਾਰੇ ਹੀ ਉਹਦੇ ਗੁਣਾਂ ਨੂੰ ਧਾਰਨ ਕਰਨੇ, ਕਿਉਂ ਆਪ ਆਪਣਾ ਜ਼ੋਰ ਲਾ ਕੇ ਨਹੀਂ ਕਰ ਸਕਦੇ। ਪ੍ਰੇਮ ਦੇ ਰਾਹੀਂ ਉਹਦੇ ਗੁਣ ਆਪਣੇ ਆਪ ਆ ਜਾਏंगे। ਜਿਵੇਂ ਲਾ ਲਓ ਅਗਰ ਆਪਾਂ ਕਿਸੇ ਦੇ ਸਾਥ ਆਪਣਾ ਟਾਈਮ ਜੋ ਆਪਾਂ ਨੂੰ ਅੱਛਾ ਲੱਗਦਾ ਹੈ, ਆਪਣੀ ਫੈਮਿਲੀ ਦੇ ਵਿੱਚ ਲਾ ਲਓ ਜਾਂ ਜੋ ਮਤਲਬ ਕੋਈ ਫਰੈਂਡ ਲਗਾ ਲਓ, ਕੋਈ ਵੀ ਐਸਾ ਰਿਸ਼ਤਾ ਲਗਾ ਲਓ ਜਿਹਦੇ ਸਾਥ ਆਪਾਂ ਟਾਈਮ ਸਪੈਂਡ ਕਰ ਰਹੇ हैं ਔਰ ਆਪਾਂ ਉਹਦੇ ਸਾਥ ਰਹਿੰਦੇ ਉਹਦੀ ਵਾਲੀਆਂ ਹੈਬਿਟਾਂ ਕਾਫੀ ਹੱਦ ਤੱਕ ਸਾਡੇ ਵਿੱਚ ਵੀ ਆ ਜਾਣੀਆਂ, ਕਿਉਂਕਿ ਅਸੀਂ ਉਹਨੂੰ ਫੋਲੋ ਕਰਦੇ ਹਾਂ, ਕਿਉਂਕਿ ਆਪਾਂ ਉਹਨੂੰ ਵੈਸੇ ਵੀ ਪਸੰਦ ਕਰਨ ਲੱਗਦੇ ਹਾਂ ਤੇ ਆਪਾਂ ਉਹਦੀ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸੀ ਤਰੀਕੇ ਦੇ ਜੋ ਆਪਾਂ ਗੁਰਮਤਿ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਝੀ ਨੂੰ ਲੈਂਦੇ ਹੋਇਆ ਚਲेंगे ਤੇ ਆਪਣੇ ਵਿੱਚ ਗੁਣ ਆਣੇ ਸ਼ੁਰੂ ਹੋ ਜਾਣਗੇ। ਹੁਣ ਆਪਾਂ ਨੇ ਝਾਕੀ ਮਾਰ ਕੇ ਆ ਦੇਖਦੇ ਰਹਿਣਾ ਹੈ ਕਿ ਆਪਾਂ ਨੂੰ ਅਗਰ ਕ੍ਰੋਧ ਆਂਦਾ ਹੈ, ਇੱਕ ਵਾਹਿਗੁਰੂ ਇੱਕ ਚੀਜ਼ ਹੋਰ ਹੈ, ਇੱਥੇ ਇੱਕ ਵਿਸ਼ਾ ਹੋਰ ਹੈ। ਇੱਕ ਹੁੰਦਾ ਹੈ ਵੀਰ ਰਸ, ਇੱਕ ਹੁੰਦਾ ਕ੍ਰੋਧ, ਦੋਨਾਂ ਦੇ ਵਿੱਚ ਅੰਤਰ ਹੈ। ਹੁਣ ਆਪਾਂ ਕਹਿੰਦੇ ਜੀ ਸਹੀ ਬਾਤ ਤੋਂ ਤਰਕ ਕਰਨਾ ਕ੍ਰੋਧ ਨਹੀਂ, वो वीर रस है। लेकिन ਤੁਹਾਨੂੰ ਪਤਾ ਹੋਣਾ चाहिए कि यह ठीक है। ਤੁਸੀਂ ਉਸ ਅਵਸਥਾ ਦੇ ਵਿੱਚ ਬੈਠੇ ਹੋਏ ਹੋਣੇ ਚਾਹੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਤੁਹਾਨੂੰ ਕਲੀਅਰਟੀ ਦੇ ਵਿੱਚ ਪਤਾ ਹੋਣਾ ਚਾਹੀਏ ਕਿ ਇਹ ਠੀਕ ਹੈ ਤੇ ਉਸ ਤੇ ਤਰਕ ਕਰਨਾ ਕ੍ਰੋਧ ਨਹੀਂ, ਵੀਰ ਰਸ ਹੈ। ਵੀਰ ਰਸ ਦੇ ਵਿੱਚ ਅਸੀਂ ਗੁਰਮੁਖ ਆ ਜਾਂਦੇ ਹਾਂ ਵੀਰ ਰਸ ਦੇ ਵਿੱਚ, ਤਾਂ ਕਿ ਕਿਉਂਕਿ ਸੱਚ ਨੂੰ ਖੋਲਣਾ, ਸੱਚ ਨੂੰ ਜਿਨ ਲੋਕਾਂ ਨੂੰ ਮਤਲਬ ਕਿ ਡਬਲ ਮਾइंड जो है ਉਹਨਾਂ ਦੇ ਸਾਹਮਣੇ ਸੱਚ ਨੂੰ ਲਾਣਾ, ਉਹ ਥੋੜਾ ਸਾ ਜਦ ਆਪਾਂ ਲੋਕ ਦੇ ਵਿੱਚ ਵਿਚਰਦੇ ਤਾਂ ਕभी कभी ਹੁੰਦਾ ਹੈ ਨਾ। ਲੇਕਿਨ ਆਪਾਂ ਨੂੰ ਵੀਰ ਰਸ ਦੇ ਵਿੱਚ ਵੀ ਜਾਣੇ ਦੀ ਕੋਈ ਲੋੜ ਨਹੀਂ ਹੈਗੀ। ਉਹ ਕਵੀ ਦਾ ਹੁੰਦਾ ਜੋ ਮਾਲਿਕ ਹੀ ਇਸ ਤਰੀਕੇ ਦੀ ਸਿਚੁਏਸ਼ਨ ਬਣਾ ਦੇ, ਮਾਲਿਕ ਹੀ ਵਰਤ ਜਾ ਤੇ ਵੀਰ ਰਸ ਦੇ ਵਿੱਚ ਸਾਡੀ ਸੁਰਤੀ ਆ ਜਾਂਦੀ ਹੈ। ਬਾਕੀ ਜੋ ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਇਹ ਹੀ ਪੰਜ ਹੈ ਜਿਨ੍ਹਾਂ ਨੇ ਔਰ ਸਾੜੇ ਔਰ ਮਾਲਿਕ ਦੇ ਵਿੱਚ ਮੇਨ ਜੋ ਖੇਲ ਬਣਾ ਹੋਇਆ ਹੈ ਪੰਜਾਂ ਦਾ ਹੈ। ਹੁਣ ਆਪਾਂ ਨੂੰ ਇੰਨੀ ਸੋਝੀ ਨਹੀਂ ਹੈਗੀ ਕਿ ਆਪਾਂ ਨਾ ਤੋਂ ਬਚਾਵ ਕਿਸ ਤਰੀਕੇ ਤੇ ਕरें, ਕਿਉਂਕਿ ਮਤ ਬਹੁਤ ਥੋੜੀ ਹੋ ਗਈ। ਤੇ ਹੁਣ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸੁਖਮ ਦਾ ਗਿਆਨ ਲੈਣਾ ਹੈ, ਔਰ ਉਸ ਸੁਖਮ ਦਾ ਗਿਆਨ ਦ੍ਰਿਸ਼ਟਮਾਨ ਦੇ ਸਾਥ ਸਾਥ ਸੁਖਮ ਦੇ ਵਿੱਚ ਵੀ ਦ੍ਰਿੜ ਕਰਨਾ ਹੈ। ਉਹ ਕਹਿੰਦੇ ਮਨਮੁਖਾਂ ਦੀ ਕੈਸੀ ਵਰਤੀ ਹੁੰਦੀ ਹੈ, ਪਹਿਚਾਨ ਬਤਾ ਰਹੇ हैं। ਕਹਿੰਦੇ ਅਗਰ ਇੱਕ ਦੂਜੇ ਨਾਲ ਲੈਣ ਦੇਣ ਠੀਕ ਚੱਲਦਾ ਹੈ, ਪੈਸਾ ਮਾਇਆ ਦਾ ਸੰਬੰਧ ਠੀਕ ਹੈ, ਕਹਿੰਦੇ ਮਨਮੁਖਾ केरी ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭਜ ਜਾਨ ਕਦੇ ਨਾ ਪਾਇਨ ਬੰਦ, ਜਿਚਰ ਪਹਿਨਨ ਖਾਵਨੇ ਤਿਚਰ ਪਾਇਨ ਗੰਢ, ਜਿਤ ਦਿਨ ਕਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਆਪਾਂ ਨੇ ਝਾਕੀ ਮਾਰ ਕੇ ਦੇਖ ਲੈਣੀ ਹੈ ਆਪਣੇ ਵਿੱਚ ਕਿ ਆਪਾਂ ਕभी ਅਸੁਰਤੀ ਦੇ ਵਿੱਚ ਤਾਂ ਨਹੀਂ ਵਿਚਰਦੇ, ਆਪਣੀ ਸੁਰਤੀ ਇਹ ਅਵਸਥਾ ਦੇ ਵਿੱਚ ਤਾਂ ਕभी ਨਹੀਂ ਜਾਂਦੀ ਨਾ। ਹੁਣ ਜੇ ਅਗਰ ਆਪਣੀ ਵਰਤੀ ਇਸ ਅਵਸਥਾ ਦੇ ਵਿੱਚ ਹੈ ਤੇ ਵਾਹਿਗੁਰੂ ਹੁਣੇ ਆਪਾਂ ਨੂੰ ਬਹੁਤ ਜ਼ਿਆਦਾ ਵਾਹਿਗੁਰੂ ਗੁਰਮੰਤਰ ਕਰਨ ਦੀ ਲੋੜ ਹੈ। ਜੇ ਆਪਾਂ ਨੂੰ ਕਿਸੇ ਟਾਈਮ ਬਹੁਤ ਜ਼ਿਆਦਾ ਕ੍ਰੋਧ ਆ ਜਾਂਦਾ ਹੈ ਤੇ ਇਹਦਾ ਮਤਲਬ ਕਿ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਉਨ ਭਗਤ ਜਨਾਂ ਨੂੰ, ਉਨ ਗੁਰੂ ਸਾਹਿਬਾਨਾਂ ਜੀ ਨੂੰ ਦਿਲ ਤੇ ਸਤਿਕਾਰ ਨਹੀਂ ਕਰਦੇ, ਦਿਲ ਤੇ ਫੋਲੋ ਨਹੀਂ ਕਰਦੇ। ਤੇ ਇਸ ਕਰਕੇ ਸਾਨੂੰ ਇਸ ਮਨਮੁਖ ਵਰਤੀ ਤੋਂ ਨਿਕਲ ਕੇ ਫੇਰ ਆਪਾਂ ਨੂੰ ਅੱਗੇ ਜਾਣਾ ਹੈ। ਫੇਰ ਅੱਗੇ ਜਾ ਕੇ ਆਪਾਂ ਸਾਧੂ ਬਣेंगे, संत बनेंगे, गुरुमुख बनेंगे, ब्रह्म ज्ञानी भी बनेंगे। लेकिन कब? जब मालिक दे गुणों का चेता करेंगे। अगर आप सोचे एक
ਇਸ ਪੁਆਇੰਟ ਨੂੰ ਆਪਾਂ ਇਸ ਲਈ ਵਿਚਾਰ ਰਹੇ ਹਾਂ ਕਿਉਂਕਿ ਇਹ ਮਿਸਟੇਕ ਸਾਡੇ ਸਾਥ ਆਪਣੇ ਸਾਰਿਆਂ ਦੇ ਸਾਥ ਹੋ ਜਾਂਦੀ। ਕਿਉਂ? ਕਿਉਂਕਿ ਆਪਾਂ ਨੇ ਸਿਮਰਨ ਦੀ ਇੱਕ ਟਾਈਮਿੰਗ ਰੱਖ ਰੱਖੀ ਹੈ। ਟਾਈਮਿੰਗ ਹੈ ਸਿਮਰਨ ਦੀ, ਮਾਲਿਕ ਨੂੰ ਯਾਦ ਕਰਨ ਦਾ ਟਾਈਮ ਨਿਸ਼ਚਿਤ ਕਰ ਰੱਖਾ ਹੈ। ਉਦਾਹਰਣ ਆਪਾਂ ਦਿੰਨੇ ਹੈ, ਲੇਕਿਨ यह उदाहरण उन मन ਬੱਚਾ ਦੇ ਲਿਓ ਹੈ ਜਿਨ੍ਹਾਂ ਦੀ ਵਰਤੀ ਐਸੀ ਹੈ, ਜਿਨ੍ਹਾਂ ਦੀ ਐਸੀ ਵਰਤੀ ਹੈ ਨਹੀਂ, ਉਹਨਾਂ ਦੇ ਲਿਓ ਨਹੀਂ ਹੈ। ਕਿਉਂਕਿ ਉਹਨਾਂ ਨੂੰ ਆਪਣੇ ਆਪ ਦੇ ਅੰਦਰ ਝਾਕੀ ਮਾਰ ਕੇ ਖੁਦ ਹੀ ਲੱਗ ਰਿਹਾ ਹੋਊਗਾ ਕਿ ਸਾਨੇ ਟਾਈਮਿੰਗ ਨਹੀਂ ਬੰਦ ਰੱਖੀ, ਅਸੀਂ ਤਾਂ ਮਾਲਿਕ ਨੂੰ ਹਰ ਵਕਤ ਪ੍ਰੇਮ ਕਰਨਾ ਚਾਹते हैं। ਲੇਕਿਨ ਜੋ ਮਨ ਬੱਚੇ ਇਸ ਟਾਈਪ ਦੇ ਮਾਲਿਕ ਨੂੰ ਮਿਲਣੇ ਦੀ ਕੋਸ਼ਿਸ਼ ਕਰਦੇ ਹੈ ਕਿ ਉਹਨੂੰ ਸਿਰਫ ਟਾਈਮ ਦੇ ਵਿੱਚ ਰਹਿ ਕੇ ਮਿਲਾ ਜਾਊਗਾ, 1 ਘੰਟਾ ਲਾ ਲਓ, 2 ਘੰਟੇ ਲਾ ਲਓ, ਜਾਂ ਅੰਮ੍ਰਿਤ ਵੇਲੇ ਦਾ ਸਮਾਂ ਲਾ ਲਓ, ਜਾਂ ਸ਼ਾਮ ਦਾ ਇਵਨਿੰਗ ਦਾ ਟਾਈਮ ਸਮਾਂ ਲਾ ਲਓ। ਨਹੀਂ, ਪਰਮਾਤਮਾ ਸਮੇਂ ਤੇ ਪਰੇ ਹੈ ਔਰ ਪ੍ਰੇਮ ਵੀ ਸਮੇਂ ਤੇ ਪਰੇ ਹੈ। ਪ੍ਰੇਮ ਨੂੰ ਸਮੇਂ ਦੇ ਵਿੱਚ ਨਹੀਂ ਬੰਧਿਆ ਜਾ ਸਕਦਾ। ਜੋ ਚੀਜ਼ ਤੁਹਾਡੇ ਸੁਰਤ ਦੇ ਵਿੱਚ ਪ੍ਰਵੇਸ਼ ਕਰ ਗਈ ਉਹਦੇ ਲਈ ਘੰਟਾ, ਅੱਧਾ ਘੰਟਾ, 4 ਘੰਟੇ, 5 ਘੰਟੇ ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਉਹ ਤਾਂ ਫਿਰ ਤੁਸੀਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਵੀ ਕੰਮ ਕਾਜ ਕਰੀ ਜਾਓ, ਉਹ ਤੁਹਾਡੇ ਸੁਰਤ ਦੇ ਵਿੱਚ ਪ੍ਰਵੇਸ਼ ਕਰ ਗਈ। ਜਿਵੇਂ ਲਾ ਲਓ ਅਗਰ ਕਿਸੇ ਚੀਜ਼ ਤੋਂ ਪ੍ਰੇਮ ਹੋ ਗਿਆ ਤੇ ਉਹਨੂੰ ਯਾਦ ਕਰਨ ਦੀ ਲੋੜ ਹੀ ਰਹਿੰਦੀ। ਅਗਰ ਪ੍ਰੇਮ ਹੀ ਨਹੀਂ ਹੋਇਆ, ਜਿਵੇਂ ਕਿ ਦੁਨੀਆ ਵੀ ਕੰਮ ਕਾਜਾਂ ਦੀ ਇੱਕ ਟਾਈਮਿੰਗ ਹੈ, ਇਸ ਟਾਈਮ ਖਾਣਾ ਬਣਾਉਣਾ ਹੈ, ਇਸ ਟਾਈਮ ਬਿਜਨਸ ਤੋਂ ਜਾਣਾ ਹੈ, ਆਫਿਸ ਜਾਣਾ ਹੈ, ਉੱਥੇ ਜਾਣਾ, ਇਸੀ ਤਰੀਕੇ ਤੇ ਮਾਲਿਕ ਦੇ ਸਿਮਰਨ ਦੀ ਕਲਾਸ ਦਾ ਵੀ ਇੱਕ ਟਾਈਮ ਰੱਖਾ ਹੋਇਆ ਹੈ ਕਿ ਸੁਬਾਹ ਨੂੰ ਸਿਮਰਨ ਕਰਨਾ ਹੈ, ਸੰਜ ਨੂੰ ਸਿਮਰਨ ਕਰਨਾ ਹੈ। ਨਹੀਂ, ਆਪਾਂ ਮਾਲਿਕ ਤੋਂ ਅਗਰ ਮਿਲਾਪ ਚਾਹ ਰਹੇ हैं तो वो चीज, वो पॉइंट सानू या विचार सानू हर वक्त ही साढ़े दिमाग ਦੇ ਵਿੱਚ ਉਤਰੀ ਹੋਈ ਹੋਣੀ ਚਾਹੀਏ ਕਿ ਅਸੀਂ ਮਾਲਿਕ ਤੋਂ ਮਿਲਾਪ ਚਾਹ ਰਹੇ ਹਾਂ। तो अपने दृष्टमान रूप ਦੇ ਵਿੱਚ ਜਿੰਨਾ ਟਾਈਮ ਵੀ ਵਿਚਣਾ ਹੈ, ਲੇਕਿਨ ਆਹ ਗੱਲ ਸਾਨੂੰ ਵਿਸਰੇ ਨਾ। ਅਸੀਂ ਉਹਨੂੰ ਫੋਲੋ ਕਰਦੇ ਹੋਏ ਦ੍ਰਿਸ਼ਟਮਾਨ ਰੂਪ ਦੇ ਵਿੱਚ ਦੁਨੀਆ ਦੇ ਕੰਮ ਕਾਜਾਂ ਨੂੰ ਕरें। लेकिन अगर आप यह सोचते हैं कि सुबह सिमरन की 1 घंटा क्लास लाएंगे, संजय को 1 घंटा सिमरन की क्लास लाएंगे, मालिक को मिलाप हो जाऊगा, नहीं, ऐसा कभी नहीं हो सकता। यह आप सारियां दे लियो है क्योंकि या जो अपन सोझी गुरमुखा दे राही दी गई है, या सोझी जो अपन गुरमुखा दे राही दी गई है, वो दी गई है कि थाने जिन्हों अपने हृदय दे विच ते विसार दिया ਉਹਦੀ ਯਾਦ ਨੂੰ ਬਸਾਣਾ ਸ਼ੁਰੂ ਕਰੋ। लेकिन भाव ਨੂੰ ਆਪਾਂ ਨੇ ਪਕੜਨਾ ਹੈ ਕਿ वो कह की रहे हैं गुरुमुख, वो गुरुमुख कह रहे हैं कि याद ਨੂੰ बसाओ, बसाओ। जब तक वो बसदी नहीं तब तक गल नहीं बननी। ਹੁਣ ਆਪਾਂ ਨੇ ਦੇਖਣਾ ਹੈ ਯਾਦ ਦਾ ਭਾਵ ਤਾਂ ਐਸਾ ਹੈ ਕਿ ਉਹ ਇੱਕ ਛੜ ਦੇ ਭੀਤਰ ਵੀ ਆ ਸਕਦੀ ਹੈ, ਇੱਕ ਛੜ ਦੇ ਵਿੱਚ ਵੀ ਬਸ ਸਕਦੀ ਹੈ ਨਾ। ਉਹਦੇ ਵਿੱਚ ਪ੍ਰੇਮ ਸਾਡੀ ਪ੍ਰੋਬਲਮ ਹੈ ਕਿ ਸਾਨੂੰ ਪ੍ਰੇਮ ਕਰਨਾ ਮਾਲਿਕ ਤੋਂ ਨਹੀਂ ਆਉਂਦਾ। ਅਸੀਂ ਮਾਲਿਕ ਨੂੰ ਜਿਵੇਂ ਕਿ ਜੋ ਵਰਤੀ ਸਾਡੀ ਦ੍ਰਿਸ਼ਟਮਾਨ ਰੂਪ ਦੇ ਵਿੱਚ ਕੰਮ ਕਾਜਾਂ ਦੇ ਸਾਥ ਬਣੀ ਹੋਈ ਹੈ, ਉਸੇ ਤਰੀਕੇ ਦੇ ਅਸੀਂ ਮਾਲਿਕ ਨੂੰ ਵੀ ਆਪਣੀ ਕੰਟਰੋਲ 'ਚ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਭਾਵ ਕਹਿੰਦੇ ਤੇ ਕਿ ਕੰਟਰੋਲ ਜ਼ੁਬਾਨ ਨਹੀਂ ਕਹਿੰਦੀ ਨਾ, ਆਪਾਂ ਕਹਿੰਦੇ ਜੀ ਮਾਲਿਕ ਦਾ ਅਸੀਂ ਤਾਂ ਜੀ ਸਤਿਕਾਰ ਕਰਦੇ ਹਾਂ। ਲੇਕਿਨ ਕਹਿਣ ਤੋਂ ਭਾਵ ਹੈ ਕਿ ਮਾਲਿਕ ਨੂੰ ਸਿਰਫ ਔਰ ਸਿਰਫ ਪ੍ਰੇਮ ਦੇ ਰਾਹੀਂ ਬੰਧਾ ਜਾ ਸਕਦਾ ਹੈ, ਪ੍ਰੇਮ ਦੇ ਰਾਹੀਂ ਪਾਇਆ ਜਾ ਸਕਦਾ ਹੈ, ਨਾ ਕਿ ਕਿਰਿਆਕਲਾਪ ਦੇ ਰਾਹੀਂ। ਚਾਹੇ 5 ਮਿੰਟ ਹੀ ਸਿਮਰਨ ਹੋ, लेकिन मालिक ते इकमिकता हो। सानू पता होना चाहिए कि मालिक हैगा, सानू सुन रहा है, और सानू उस तो 100% ते भी ज्यादा बहुत भरोसा होना चाहिए साड़ा वो अपना है और सानू सुन रहा है, सी उन्हें बुला रहे हैं, है ना। फीलिंग्स होनी चाहिए अंदर। जब तक फीलिंग्स नहीं ना, तब तक वाहिगुरु आपा किन्ना भी क्यों ना सिमरन करी जा। सिमरन दा भाव ही आ है, सिमरन ते भाव हुंदा है चेता, और चेते दे भाव हुंदा है याद, और याद तो भाव ਹੁੰਦਾ ਜੋ ਚੀਜ਼ ਬਸ ਜਾਵੇ। ਤੇ ਹੁਣੇ ਆਪਾਂ ਗੁਰੂ ਮੰਤਰ ਦੇ ਰਾਹੀਂ ਉਹਨੂੰ ਬੁਲਾ ਬੁਲਾ ਕੇ ਜੋ ਸਾਡੀ ਹੈਬਿਟ ਚੇਂਜ ਹੋ ਗਈ ਕਿ ਉਹਨੂੰ ਅਸੀਂ ਯਾਦ ਕਰਨਾ ਹੀ ਭੁੱਲ ਗਏ। ਹੁਣ ਆਪਾਂ ਉਹਨੂੰ ਯਾਦ ਕਰਨਾ ਸਿੱਖ ਰਹੇ ਹਾਂ। ਜਿਵੇਂ ਆਪਾਂ ਯਾਦ ਕਰਦੇ ਉਹ ਜਦ ਆਪਣੀ ਸੁਰਤ ਦੇ ਵਿੱਚ ਚਲਾ ਜਾਊਗਾ ਕਿ वो ही ਸਾਨੂੰ याद रहे, बाकी दूसरी चीज याद ही ना रहे, ਤੇ वो स्थिति बोरा वाली हो गई। कबीरदास जी ने लिखा ना, कहते मेरे बाबा मैं बोरा, सब खल्क सियाणी मैं बोरा। उस अवस्था ਦੇ ਵਿੱਚ ਮਨ ਜਬ ਚਲਾ ਜਾਵੇ कि मगन रहवे, हथ पैरा तो कम करे लेकिन याद मालिक दी रहवे। और अगर ਆਪਾਂ
ਦੁਨੀਆ ਦੇ ਵਿੱਚ ਰਹਿ ਕੇ ਮਾਲਿਕ ਨੂੰ ਪਾਣਾ ਚਾਹਵੇਂ, ਜਾਂ ਵਾਹਿਗੁਰੂ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਆਪਾਂ ਸਾਰੇ ਦੇਖ ਸਕਦੇ ਹਾਂ। ਕਿਉਂਕਿ ਵੈਸੇ ਬਾਣੀ ਪੜ੍ਹਨ ਦੇ ਸਾਥ ਖੁੱਲਣੀ ਨਹੀਂ, ਪ੍ਰੈਕਟੀਕਲ ਦੇ ਸਾਥ ਖੁੱਲੂਗੀ। ਲੇਕਿਨ ਕਹਿਣ ਤੋਂ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੰਨੀ ਕੁ ਸੋਝੀ ਉਹਨਾਂ ਨੇ ਵਰਤੀ ਹੈ, ਉਹਦੇ ਅਨੁਸਾਰ ਮਾਲਿਕ ਨੂੰ ਤ੍ਰੈ ਗੁਣਾ ਦੇ ਵਿੱਚ ਬਹਿ ਕੇ ਨਹੀਂ ਪਾਇਆ ਜਾ ਸਕਦਾ। ਮਾਲਿਕ ਤ੍ਰੈ ਗੁਣਾ ਦੇ ਵਿੱਚ ਹੈਗਾ ਹੀ ਨਹੀਂ। ਮਾਲਿਕ ਨੇ ਖੇਲ ਹੀ ਇਤਨਾ ਬਣਾਇਆ ਹੈ। ਤ੍ਰੈ ਗੁਣ ਕਾਲੇ ਕੀ ਸਰਕਾਰਾ, ਇਹ ਤਾਂ ਕਾਲ ਦੀ ਸਰਕਾਰ ਹੈ। ਕਾਲ ਦੀ ਸਰਕਾਰ ਦੇ ਵਿੱਚ ਮਾਲਿਕ ਦਾ ਮਿਲਾਪ ਅਸੰਭਵ ਹੈ, ਕभी भी नहीं हो सकता। ਸਾਨੇ ਇਸ ਤੋਂ ਆਪਣਾ ਖੇੜਾ ਛਡਾਣਾ ਹੈ। ਆਪਾਂ ਕਹਿੰਦੇ ਕਿ ਗੁਰਮੁਖ ਜਬ ਆਪਾਂ ਨੂੰ ਵਿਚਾਰ ਕਰਕੇ ਦੱਸਦੇ ਹੈ ਤੇ ਉਹਨਾਂ ਦਾ ਜੋ ਸੁਭਾਅ ਹੁੰਦਾ ਹੈ ਦੱਸਣੇ ਦਾ, ਉਸ ਟਾਈਮ ਸਾਨੂੰ ਇਹ ਲੱਗਦਾ ਹੈ ਕਿ ਮਾਲਿਕ ਤੋਂ ਮਿਲਣਾ ਬਹੁਤ ਸੌਖਾ ਹੈ। वाहिगुरु जी म्यूट हो गया आपका मान कौर जी, अनम्यूट करके बोलो प्लीज। हाँ जी, वाहिगुरु जी का खालसा वाहिगुरु जी की फतेह जी। 1-2 ਮਿੰਟ ਬੈਕ ਤੋਂ ਜੋ ਤੁਸੀਂ ਵਿਚਾਰ ਕਰ ਰਹੇ ਸੀ, ਸ਼ਾਇਦ ਤੁਸੀਂ ਆਪੇ ਅਨਮਿਊਟ ਕੀਤਾ, ਮਿਊਟ ਕੀਤਾ ਜਾਂ ਕਿਸੇ ਤੋਂ ਹੋ ਗਿਆ ਗੁਰਮੁਖ ਤੋਂ। ਹਾਂਜੀ ਹਾਂਜੀ। ਤੇ ਆਪਾਂ ਵਿਚਾਰ ਕਰ ਰਹੇ ਥੇ ਵਾਹਿਗੁਰੂ ਕਿ ਤ੍ਰੈ ਗੁਣਾ ਦੇ ਵਿੱਚ ਬਹਿ ਕੇ ਮਾਲਿਕ ਨੂੰ ਪਾਣਾ ਅਸੰਭਵ ਹੈ। ਆਪਾਂ ਜਦ ਗੁਰਮੁਖਾਂ ਦੇ ਰਾਹੀਂ ਵਿਚਾਰ ਸੁਣਦੇ ਹਾਂ, ਆਪਾਂ ਨੂੰ ਲੱਗਦਾ ਕਿ ਮਾਲਿਕ ਨੂੰ ਮਿਲਣਾ ਬਹੁਤ ਹੀ ਸੌਖਾ ਹੈ। ਹਾਂ ਸੌਖਾ ਹੈ ਅਗਰ ਪ੍ਰੇਮ ਹੋ ਜਾਵੇ ਤਾਂ, ਲੇਕਿਨ ਅਗਰ ਪ੍ਰੇਮ ਨਹੀਂ ਹੋਇਆ ਤਾਂ ਬਹੁਤ ਔਖਾ ਹੈ। ਫਿਰ ਤਾਂ ਸਾਰਾ ਭਾਵ ਤਾਂ ਇਹ ਹੈ ਕਿ ਜब अगर प्रेम ही नहीं होया तो सानू नहीं लगता मालिक ਨੂੰ पाया जा सकता है। असंभव चीज है वो। क्यों? क्योंकि एक प्रेम ही इतना इजी रास्ता है ਜਿਹਦੇ ਰਾਹੀਂ कोई अनपढ़ हो वो भी कर सकता है, जिन्हों बिल्कुल भी ज्ञान नहीं वो भी कर सकता है, जिन्हों जुक्तियां विधियां भी नहीं लगानिया आनिया वो भी कर सकता है, जिन्हों ग्रंथां का किसी चीज का ज्ञान नहीं वो भी कर सकता है। कहने तो भाव है कि प्रेम एक सरल रास्ता है मालिक तो मिलाप का। लेकिन अगर ज्ञान दे राही मालिक तक आप पहुंचना चाहें तो बहुत हार्ड है, बहुत हार्ड। पिछे नु झाकी मार के देखो किन्ने खोजदे 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 बहुत ज्यादा डीप लोग चले गए और उन्होंने बहुत ज्यादा ज्ञान हो गया, सुखम का ज्ञान हो गया। सुखम तो भाव है सुन का भी ज्ञान हो गया। सुन दे विच भी जाके शरीर ਨੂੰ ਛੱਡ ਕੇ ਸੁਨ ਦੇ ਵਿੱਚ ਜਾ ਕੇ ਬਹਿ ਜਾਂਦੇ हैं, मेडिटेशन करते हैं जो, लेकिन नाम ਦਾ भेद नहीं हैगा, मालिक ਦਾ भेद नहीं हैगा। और वो इन्नी बरीकी दे विच असी भी कभी कभी, वैसे ऐसी किसी के विचार सुनते नहीं, लेकिन कभी कभी ऐसी किसी के विचार सुनने तो वो बहुत डीपली विचार कर देने हैं, जो मेडिटेशन करते काफी डीपली विचार वो कर देने, लेकिन नाम ਦਾ भेद नहीं हैगा, मालिक ਦਾ भेद नहीं हैगा। तत्वा के प्रकाश की बात करते हैं, ब्लू ब्लू पॉइंट आ गया, कुछ होर ऐसी एवं विचारा करते हैं, ऐसे बताने हैं वो। और बॉडी दे ओरा नापना और सारिया चीजा, काफी चीजा है उन्होंने मतलब लगाने हैं अंदाजा। वो अपनी मेहनत के अनुसार कई कई घंटे बैठ के मेडिटेशन करते हैं, बॉडी ਨੂੰ छुड़ना, बॉडी तो वख होकर अपनी बॉडी ਨੂੰ देखना, वो सारिया चीजा लोग कर रहे हैं दृष्टमान रूप ਦੇ ਵਿੱਚ। ਆਪਾਂ ਸੰਸਾਰ ਦੇ ਵਿੱਚ नजर मार के देखो, सारे ही फोन चलाने ਉਹਦੇ ਵਿੱਚ सर्च मार के देख लो। लेकिन कहन तो भाव है कि गुरु ग्रंथ साहब महाराज जी ने तो इतना सरल रास्ता सानू दे दिया, इतना सरल कि जो इस रास्ते दे राही प्रेम करना सीख गया नॉर्मली मालिक को मिल सकता है। लेकिन प्रेम, सच्चा प्रेम करना बहुत ही ज्यादा सौखा भी है और अगर नहीं होया तो औखा भी है। क्योंकि प्रेम का भाव जबरदस्ती वाला नहीं, प्रेम नू जबरदस्ती नहीं करा जाता, प्रेम तो आप होंदा है, आप। लेकिन असी हुण ऐसी सिचुएशन च बैठे कि असी किवें मालिक नू प्रेम करें, ते उन्होंने सानू सोझी दे दी, ओही साडे लई हेल्पफुल गुरबाणी गुरु बने हुए हैं। जिवें ला लो अगर कोई बहुत ही ज्यादा इमोशनल हो, बहुत ज्यादा ही परेशान हो, उहदे सामने और परेशानी वाली कोई बात करन लगे, आप उदाहरण देने वाहिगुरु किसी तरीके दे कि साडे भाव चेंज होना,
जिमें कि कोई परेशान है बंदा और उहदे सामने और एक दो बंदा आके और ज्यादा उन्होंने डीपली परेशानी वाले विचार सुनान लगे तो वाहिगुरु वो बहुत ही ज्यादा डीप, बहुत ही ज्यादा परेशान हो जाता। क्यों? क्योंकि वो उन विचारा का उस पे, उस माहौल का उस पे काफी ज्यादा फर्क पड़ जाता है, वो और ज्यादा थल्ले चला जाता है। इसी तरीके से जिਵੇਂ कोई खुश माहौल हो और उथे बहुत ही ज्यादा अगे की बात खुशी की करी जावे, ਉਹਨੂੰ बढ़ा चढ़ा के उस बंदे ਨੂੰ बताया जावे ਤੇ ਉਹਦੇ ਬੰਦੇ ਦੇ जो भाव है वो और चेंज हो जाते, एक्सप्रेशन चेंज हो जाते, वो और ज्यादा आनंद चला जाता है। ऐसा की कारण है? इसी तरीके से गुरु ग्रंथ साहब महाराज जी की जो बाणी है, गुरु साहबाना की जो कलमबंद हुई हुई बाणी है, वो साढ़े इमोशन, जो साढ़े एक्सप्रेशन है, जो साढ़े अंदर के इमोशन है, उन्होंने बढ़ाने की बात करती है, सानू वो गाइडलाइन करती है। जिवें कि ला लो थानू विराग आ रहा है और तुसी अपने लफ्जां दे विच कह नहीं पा रहे, मालिक नू किस तरीके ते विनती करें कि कौन से वर्ड यूज करें, क्यों असी इन्ने बुद्धि वाले नहीं हैगे, सानू विनती करनी नहीं आंदी, मालिक नू किस तरीके ते मनावें। तो कहने थोड़ी अवस्था की गुरबाणी गुरु दे विच जरूर बात करी हुई होगी, जरूर विचार होगी। पढ़ो गुरबाणी गुरु, जिवें आप पढ़ेंगे कोई भी गुरबाणी लगाओ कि मित्र प्यारे नु हाल मुरीदा दा कहना, जो अपन पहले तो ही इमोशनल है मालिक दे लिए, ਉਹਨੂੰ ਗੁਰਬਾਣੀ ਨੂੰ ਪੜ੍हेंगे ਬਰਾਗਾ ਨਾ ਸ਼ੁਰੂ ਹੋ ਜਾਊਗਾ, ਭਾਵ बढ़ गए ना। ਉਹ ਸਾਡੇ ਲਈ ਹੈਲਪਫੁਲ ਹੈ, ਸਾਨੂੰ ਜਿਸ ਅਵਸਥਾ ਦੇ ਵਿੱਚ ਅਸੀਂ ਬੈਠੇ ਹਾਂ ਅੱਗੇ ਦੇ ਨੂੰ ਗਾਈਡ ਕਰਨ ਦੇ ਲਈ ਹੈ। ਜਿਵੇਂ ਲਾ ਲਓ ਆਪਾਂ ਜਿਸ ਵੀ ਅਵਸਥਾ ਦੇ ਵਿੱਚ ਆਪਾਂ ਬੈਠੇ ਹਾਂ, ਆਪਾਂ ਤੋਂ ਸਿਮਰਨ ਨਹੀਂ ਹੋ ਰਿਹਾ, ਆਪਾਂ ਲੱਗਦਾ ਕਿ ਸਾਡੀ ਮਤ ਥੋੜੀ ਹੈ, ਕਿਵੇਂ ਕਰਾਂ, है ना। तू समर्थ बड़ा मेरी मत थोड़ी राम, निकर कृपा दीन दयाला, वो बहुत गुरबाणियां, हर अवस्था की गुरबाणी लिखी हुई है, हर अवस्था की। जिवें ला लो सानू भाव अंदर ते आ रहा कि साढ़े ते लोगों ने हसना शुरू कर दिया, कहने भी ऐ कि वाह गुरु करी जाने। तो कहने गुरबाणी गुरु दे विच देखो ना कि कहने तेरी भगत ना छोड़ू भावें लोग हसे, सानू होर ज्यादा अगे दा मिल गया, गाइडलाइन मिल गई सानू। वो मतलब जो साड़ी भावना है उन्नू और ही ज्यादा खोलने दे लिए हेल्प कर दी है गुरबाणी गुरु। पढ़ो उन्होंने देखो, प्रैक्टिकली खोजो। तुसी गुरबाणी आप सारे ही गुरबाणी गुरु ते बाहर जिन्नी मालिक की उस्तत करो, जिन्नी मालिक की बेनती करो, गुरबाणी गुरु पढ़ के देखो, एक लफ्ज भी तुसी बाहर नहीं कह सकते, जो तुसी कहोगे वो सारा कुछ उन्होंने अंदर मिलूगा। जिस भी तरीके की विनती करोगे उस तरीके की बेनती गुरु ग्रंथ साहब महाराज जी दे विच लिखी हुई होगी। तो कहने तो भाव है कि जिस अवस्था दे विच आप बैठे हैं उन्होंने बढ़ा चढ़ा के मालिक दे अगे पेश करना, वो कम गुरबाणी गुरु गुरु साहबान जी भक्त जन करते हैं, सानू अगे पेश कर दे। जिवें कि तुसी जोन सी सिचुएशन च बैठे हो उन्हां दे पास जाओ, जिवें कि तुसी विराग, तुहानू हल्का हल्का जिहा विराग आ रहा, तुसी इहो जिहा शब्द लगा लिया, ਉਹਦੇ ਵਿੱਚ जो थानू शब्द पता भी नहीं थे, जो तुसी मालिक ਨੂੰ बोलने वाले भी नहीं थे ना, वो भी गुरबाणी गुरु थोड़े सुरते के साथ मिला के परमात्मा ਨੂੰ बोल दूं। क्यों थाने अपनी सुरत जोड़ दी उते, फिर थानू ऐ लगूगा कि जो है बेनती कर रहा है मैं ही कर रहा, या बेनती फिर उस टाइम थानू लगूगा कि आ सारा कुछ मैं मालिक तो कह रहा। बढ़ गए ना इमोशनल। इस तरीके ते ही साने मालिक ਨੂੰ ਅੱਗੇ ਤੇ ਅੱਗੇ ਗੁਰਬਾਣੀ ਗੁਰੂ ਦੀ ਹੈਲਪ ਲੈ ਕੇ ਪ੍ਰੇਮ ਕਰਨਾ ਸਿੱਖਣਾ ਹੈ। ਆਪਾਂ ਨੇ ਯਾ ਵਿਚਾਰ ਇਸ ਲਈ ਕਰੀਏ ਕਿ ਸਾਨੂੰ ਲੱਗਦਾ ਕਿ ਅਸੀਂ ਮਾਲਿਕ ਤੋਂ ਪ੍ਰੇਮ कैसे करें, ਗੁਰਬਾਣੀ ਗੁਰੂ ਦੇ ਰਾਹੀਂ ਪ੍ਰੇਮ ਹੋਊਗਾ। जिन्ना का आप उन्होंने संग करेंगे, जैसी जैसी अपनी अवस्था बनती जाऊगी उसी तरीके से गुरबाणी गुरु साढ़े आप दे मन पे खुलती चली जाएगी। गुरबाणी गुरु पढ़ने के लिए नहीं है कि केवल और केवल पढ़ना नहीं, वो साढ़े भाव प्रकट करने के लिए है, सानू खोलने के लिए है, साढ़े मन नू खोलने के लिए है। वो जब तक सारा मन खुलदा नहीं उस अवस्था दे विच जाके बहंदा नहीं जिहदी बात गुरबाणी गुरु करने हैं, ते उस अवस्था का असीं आनंद नहीं लै सकते। जब साड़ी अवस्था बननी शुरू हो जाऊगी, जिस अवस्था से असीं बैठे होएंगे उस अवस्था का ही असीं शब्द लगाएंगे, वो सानू आप उहदे अर्थ आने शुरू हो जाएंगे। किसी तो व्याकरण दे तुक या किस तरीके से गुरबाणी नू पढ़ना है, हलंत लगा के पढ़ना, या लगा के पढ़ना, मात्रा हटा के पढ़ना, मात्रा लगा के पढ़ना, कुछ पुछन की लोड़ नहीं हैगी। जिस दिन अंदर भाव प्रकट हो गए गुरबाणी आप दस दूगी कि मैं आ कहनी हाँ, किसी को पूछने की जरूरत नहीं, चाहे वो पढ़िया होया है चाहे वो अनपढ़ है।
ਜੋ ਬੰਦਾ ਜਿਸ ਵੀ ਸਿਚੁਏਸ਼ਨ 'ਚ ਬੈਠਾ ਹੈ, ਗੁਰਬਾਣੀ ਗੁਰੂ ਕਹਿੰਦੀ ਹੈ ਵੀ ਗੂੰਗੇ ਦੀ ਮਿਠਾਈ ਹੈ, ਗੂੰਗੇ ਦੀ ਮਿਠਾਈ। ਜਿਵੇਂ ਅੰਦਰ ਆਨੰਦ ਆਣਾ ਸ਼ੁਰੂ ਹੋ ਗਿਆ ਨਾ, ਦੱਸਣਾ ਬਹੁਤ ਮੁਸ਼ਕਿਲ ਹੋ ਜਾਊਗਾ, ਸ਼ਬਦਾਂ 'ਚ ਨਹੀਂ ਲਾਇਆ ਜਾ ਸਕਦਾ। ਲੇਕਿਨ ਕਬ? जब त्रै गुणा तो आप परहेज करेंगे, जब ਆਪਾਂ ਨੂੰ ਪੰਜਾਂ ਦਾ ਸੁਖਮ ਖੇਲ ਨੂੰ ਦੇਖेंगे, ਪੰਜਾਂ ਦੀਆਂ ਸੁਖਮ ਦੇ ਵਿੱਚ ਜੋ ਹੈ ਵਿਚਰਦੇ ਹੈ, ਇਹਨਾਂ ਦੀ ਵੀ ਸੋਝੀ ਲੈਣਗੇ, ਕਿਉਂਕਿ ਮਾਲਿਕ ਦਾ ਜੋ ਖੇਲ ਹੈ ਵਾਹਿਗੁਰੂ ਪੂर्ण ਤਰੀਕੇ ਤੇ ਸੁਖਮ ਹੈ। ਔਰ ਹੁਣੇ ਅਸੀਂ ਉਸ ਅਵਸਥਾ 'ਚ ਬੈਠੇ ਹਾਂ ਕਿ ਸਾਨੂੰ ਸੁਖਮ ਵਰਡ ਬਹੁਤ ਹੀ ਹਾਰਡ ਲੱਗਦਾ ਹੈ। ਕਹਿੰਦੀ ਜੀ ਸੁਖਮ ਦਾ ਕਿਵੇਂ ਪਤਾ ਲੱਗੂਗਾ? ਦ੍ਰਿਸ਼ਟਮਾਨ ਦਾ ਤਾਂ ਚਲੋ ਪਛਾਣ ਲੈਂਦੇ ਜੀ कि यह गुस्सा करते, चलो इन्हां पे गुस्सा ना करो, यह निंदा करते, चलो आप निंदा नहीं करते। लेकिन अंदर जो क्रिया चल रही है वाहिगुरु उन्होंने किवें रोकें? तो कहने प्रेम कर लो गुरबाणी गुरु दे राही, वो आप रुक जाओगे, क्योंकि थानू फुर्सत ही नहीं रहनी, थोड़ी सुरत नू फुर्सत ही नहीं रहनी किसी दूजे दे साथ इंटरफेयर करने दी। वो सिर्फ और सिर्फ मालिक नू प्रेम करने दे विच इन्नी व्यस्त हो जाऊगी कि वो दुनिया दी सुध बुध खो दूगी। ਉਹਨੂੰ ਕੋਈ ਫਰਕ ਹੀ ਨਹੀਂ ਪੜਨਾ ਕੋਈ ਕੀ ਕਹਿੰਦਾ ਹੈ। ਜਿਵੇਂ ਲਗਾ ਲਓ ਅਗਰ ਕੋਈ ਬੰਦਾ ਕਿਸੇ ਚੀਜ਼ ਨੂੰ ਪਾਣੇ ਦੇ ਜਨੂਨ ਦੇ ਵਿੱਚ ਹੋ ਜਾਵੇ, ਦ੍ਰਿਸ਼ਟਮਾਨ ਦੇ ਰੂਪ ਦੇ ਵਿੱਚ, ਭਾਵੇਂ ਉਹਨੂੰ ਸਾਰੇ ਸੋਸਾਇਟੀ ਪੂਰੇ ਲੋਕ ਉਹਨੂੰ ਗਲਤ ਬਤਾਵੇਂ, ਲੇਕਿਨ ਉਹਦੇ ਜੋ ਦਿਮਾਗ 'ਚ ਉਹ ਵਿਚਾਰ ਚੜੀ ਹੋਈ ਹੈ ਨਾ ਕਿ ਮੈਂ ਉਸ ਚੀਜ਼ ਨੂੰ ਪਾਣਾ ਹੈ, ਤੇ ਉਹਨੂੰ ਫਰਕ ਨਹੀਂ ਪੜਦਾ ਦੂਜੇ ਲੋਕਾਂ ਤੇ। ਇਸੇ ਤਰੀਕੇ ਦੀ ਅਗਰ ਸਾਡੀ ਸੁਰਤ ਦੇ ਵਿੱਚ ਯਾ ਚੀਜ਼ ਆ ਗਈ कि सिर्फ मैनू मालिक चाहिए, अकाल पुरख परमात्मा चाहिए, जब आप वाहिगुरु असुरती दे विच जाएंगे तां मिलाप होगा परमात्मा ते। जिवें आप पहला कम काजां च रह के कम काज हत्थ पैरां तो करने हैं, 24 घंटे भी कम काज आप जैसे एक दो उदाहरण दिने आपां, जे आपां सहज च नहीं भी गए तां भी आपां उस आनंद नू लै सकदे हैं, क्योंकि मालिक किते दूर नहीं हैगा, आपां मालिक दे विच विचरदे हैं, मालिक साडे विच हैगा। सिर्फ और सिर्फ साड़ा और मालिक का जो खेल बना होया है, ए बरीकियां नू पकड़ो। असीं कोशिश करते हैं कि शायद ए बरीकियां नू अगर सुरती कैच कर लवे ते आनंद फील कर सकती है। वाहिगुरु आपां हर एक परेशानी दी जो सानू हुंदी है एदे जिम्मेवार असीं आप है खुद, कोई होर नहीं है। जे आपां कहें साडा परिवार सानू परेशान करदा है, नहीं, ऐसा नहीं है। जिवें ला लो साडा सोसाइटी सानू परेशान करदी है, या साडा माहौल, या फिर जैसे भी जिहदी सिचुएशन बनी हुई हुंदी है, नहीं। जो सुखम दे विच जाके एक बार सुरती देखोगी ना लास्ट पॉइंट तो आ सारा क्रिएट करा होया अपना ही है, असी जिम्मेवार हैं सब चीज से। कहन तो भाव है ए बरीकी नू पकड़ो कि जिस चीज नू तुसी एक्सेप्ट करोगे वही चीज थानू दृष्टमान रूप दी चीज जिन्नी भी एक्सेप्ट करोगे, एन पंजां नू एक्सेप्ट करो थानू परेशान करेंगे। तुसी इन्हां नू एक्सेप्ट करना बंद कर दो, सुरत करके अपने आप आनंद च रहना शुरू हो जाओगे। सुरती ए आपां नू एक विचार देने, सिर्फ और सिर्फ एक, जिवें आपां बैड तो उठदे ना सुबह ही सुबह, ए आपां नू एक विचार देंगे, उहदे जैसे ही आपने वो एक्सेप्ट कर लिया, ਉਹਦੇ साथ ही एक ते 100 ते हजार ते लाख लगातार बनते चले जाएंगे। ते आपने उस पॉइंट ਨੂੰ रोकना है कि सिर्फ साने ज्यादा जोर नहीं लाना। ਆਪਾਂ ਕਹਿੰਦੇ जी इन्ने विचार वाहिगुरु आई जाने किवें रोकें? गुरबाणी गुरु कहने एक ਨੂੰ रोक दे, एक ਨੂੰ, ਇੱਕ ਤੇ ਹੀ वो ਬੰਦੇ ਆ ਸਾਰੇ। ਜਿਵੇਂ ਸਾਨੂੰ ਕਿਸੇ ਦੀ ਬਾਤ ਦਾ ਬੁਰਾ ਲਗਾ ਤੇ ਪਹਿਲੇ ਇੱਕ ਹੀ ਵਿਚਾਰ ਆਊਗਾ, जे साने वो एक्सेप्ट कर लिया, उन्होंने स्वीकार कर लिया, तो उसते इतने विचार आएंगे फिर कि असी अपनी मत नू खो बैठेंगे। ते इस करके वो सानू ओ सुखम ज्ञान दे रहे हैं, ओ सुखम सोची दे रहे हैं कि तुसी सुखम दे खेल नू समझो, एना तो अपना खेड़ा छुड़ाओ, एना तो अपने आप नू फर्क पड़ना बंद हो जावे, उस अवस्था च जाओ, जब जाके परम आनंद बनूगा, जब जाके सुरती पंजा ते राज कर सकती है, ता सुरती राजा बनूगी। जे ਇਹਨਾਂ ਨੇ ਇੱਕ ਤਰ੍ਹਾਂ ਤੇ ਲਗਾ ਲਓ ਕੋਈ ਨਿੰਦਾ ਕਰਨ ਵਾਲਾ ਬੰਦਾ, ਉਹਦਾ ਦੂਸਰੇ ਦੇ ਘਰ ਦੇ ਵਿੱਚ ਜਾ ਕੇ ਫੂਕ ਮਾਰਦੀ, ਉਹਦੇ ਘਰ ਦੇ ਵਿੱਚ ਝਗੜਾ ਹੋ ਗਿਆ। ਆ ਕੰਮ ਹੈ ਪੰਜਾਂ ਦਾ। ਇਹ ਸਾਡੇ ਬੰਦੇ ਪਰਿਵਾਰ ਦੇ ਵਿੱਚ ਮੰਦੇ ਘਰ ਦੇ ਵਿੱਚ ਆ ਕੇ ਫੂਕ ਮਾਰ ਜਾਣੇ, ਨਿੱਕੀ ਜੀ ਕੋਈ ਬਾਤ ਕਹਿ ਜਾਏंगे, ਫਿਰ ਸਾਡੇ ਘਰ ਦੇ ਵਿੱਚ ਖਲਾਰਾ ਪੈ ਜਾਂਦਾ, ਇਹ ਕਿਉਂ ਹੋ ਗਿਆ, ਐਸੇ ਨਹੀਂ ਕਹਿਣਾ ਥਾ, ਐਸੇ ਕਹਿਣਾ ਥਾ। ਇਹ ਚੀਜ਼ ਦੇ ਵਿੱਚ ਆਪਾਂ ਚਲੇ ਜਾਂਦੇ, ਆਪਾਂ ਇਹ ਚੀਜ਼ ਨੂੰ ਸੋਚਦੇ ਨਹੀਂ। ਆਪਾਂ ਸੋਚਦੇ ਕਿ जो ठीक है उन्होंने तो कहना पड़ूगा ना,
लेकिन आई अपनी मिस्टेक है वाहिगुरु सारियां दी कि ਆਪਾਂ ਨੇ ਜੀਵਨ ਦੀ ਜਾਂਚ ਸਿੱਖ ਰਹੇ ਨਾ ਆਪਾਂ ਕੀ ਠੀਕ ਹੈ ਕੀ ਗਲਤ ਹੈ ਆਪਾਂ ਹੁਕਮ ਦੇ ਵਿੱਚ ਰਹਿਣਾ ਸਿੱਖਣਾ ਹੈ ਠੀਕ ਗਲਤ ਦੇ ਵਿੱਚ ਨਹੀਂ ਜਾਣਾ ਕਹਿੰਦੇ ਹੈ ਪਾਪ ਪੁੰਨ ਦੁਈ ਏਕ ਸਮਾਨ ਜੇ ਆਪਾਂ ਹੁਕਮ ਦੇ ਵਿੱਚ ਹੈ ਨਾ ਤੇ ਪਾਪ ਵੀ ਪੁੰਨ ਵੀ ਸਮਾਨ ਹੀ ਹੈ ਆਪਾਂ ਨੇ ਹੁਕਮ 'ਚ ਰਹਿਣਾ ਹੈ ਸਿਰਫ ਔਰ ਸਿਰਫ ਮਾਲਿਕ ਨੂੰ ਪ੍ਰੇਮ ਕਰਨਾ ਔਰ ਮਾਲਿਕ ਦੀ ਆਵਾਜ਼ ਨੂੰ ਸੁਣ ਸੁਣ ਕੇ ਜੀਣਾ ਸਿੱਖਣਾ इसलिए अपन संसार ਦੇ ਵਿੱਚ ਆਏ हैं ਆਪਾਂ ठीक और सही और गलत करने बताने नहीं आए ਲੋਕਾਂ ਨੂੰ ਆਪਾਂ ਦੂਸਰਾ ਨੂੰ ਨਿੱਕੀ ਨਿੱਕੀ ਬਾਤ ਤੋਂ ਨਿਕਾਲਦੇ ਨੇ ਕਿ ਆ ਠੀਕ ਹੈ ਆ ਗਲਤ ਹੈ ਆ ਠੀਕ ਹੈ ਨਹੀਂ ਜਿਵੇਂ ਕਿ ਲਾ ਲਓ ਕੋਈ ਗੁਰਬਾਣੀ ਗੁਰੂ ਦੇ ਰਾਹੀਂ ਅਗਰ ਉਤਰ ਰਿਹਾ ਹੈ ਨਾ तो गुरबाणी जगह मूर्ख स्यो ना लूझिया कि साने वो पॉइंट वो विचार करने ही नहीं हैगे ਜਿਵੇਂ ਆਪਾਂ ਕਹਿੰਦੇ ਜੀ ਵਾਹਿਗੁਰੂ ਅਸੀਂ ਕੋਸ਼ਿਸ਼ ਕਰਦੇ ਹਾਂ ਕਿਸੇ ਨੂੰ ਸਮਝਾਣੇ ਦੀ ਕਿਉਂ ਕਰਦੇ ਹੋ ਕੋਸ਼ਿਸ਼ ਕੋਈ ਜ਼ਰੂਰਤ ਨਹੀਂ ਹੈਗੀ ਕੋਸ਼ਿਸ਼ ਕਰਨ ਦੀ ਕਹਿਣ ਤੋਂ ਭਾਵ ਹੈ ਕਿ ਧੱਕਾ ਨਹੀਂ ਕਰਨਾ ਸਭ ਤੋਂ ਪਹਿਲੇ ਜਿਸ ਦਿਨ ਤੁਸੀਂ ਖੁਦ ਆਨੰਦ ਦੇ ਵਿੱਚ ਚਲੇ ਗਏ ਸਹਿਜ 'ਚ ਚਲੇ ਗਏ ਜੋ ਤੁਹਾਡੀ ਦਾਇਰੇ ਦੇ ਵਿੱਚ ਆ ਕੇ ਬੈਠੂਗਾ जो इस चीज का गाहक होगा पहली बात तो वो आप चल के आऊगा और जो थोड़े दायरे ਦੇ ਵਿੱਚ आके बैठूगा वो आप शांत हो जाएगा तो सब तो पहला जाने अपने घर ਦੀ ਸਫਾਈ ਕਰਨੀ ਹੈ ਫੈਮਿਲੀ ਦੇ ਵਿੱਚ ਜਿੰਨੇ ਵੀ ਬੰਦੇ ਹੈ ਉਹਨਾਂ ਨੂੰ ਤੁਸੀਂ ਫੋਲੋ ਕਰਦੇ ਹੋ ਉਹ ਤੁਹਾਨੂੰ ਪਰੇਸ਼ਾਨ ਨਹੀਂ ਕਰਦੇ ਕभी भी ਗੁਰਬਾਣੀ ਗੁਰੂ ਸਾਨੂੰ ਕਹਿੰਦੀ ਤੂੰ ਸਹਿਜ ਚ ਰਹਿਣਾ ਸਿੱਖ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ अमृत नाम ठाकुर का पयो जिसका सब आधारो जे को खावे जे को पहुंचे तिसका होए धारो इस तरीके ਦੇ ਸਾਨੂੰ ਵਿਚਰਨਾ ਹੈ ਨਾਮ ਨੂੰ ਸਹਿਜ ਦੇ ਨਾਲ ਨਾਮ ਨੂੰ ਦ੍ਰਿੜਾਣਾ ਹੈ ਜਿਵੇਂ ਆਪਾਂ ਧੱਕੇ ਦੇ ਸਾਧਨ ਵਿਚਾਰਾਂ ਦੇ ਰਾਹੀਂ ਨਾਮ ਨੂੰ ਦ੍ਰਿੜਾਣੇ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਆਪਾਂ ਕभी ਪਰਮਾਨੰਦ ਦੇ ਵਿੱਚ ਨਹੀਂ ਜਾ ਕੇ ਸਮਾ ਸਕਦੇ ਆਪਾਂ ਨੂੰ ਜ਼ੀਰੋ ਹੋਣਾ ਹੈ ਜ਼ੀਰੋ ਫਿਰ ਆਪਾਂ ਕਹਿੰਦੇ ਜੀ ਕੁਛ ਵੀ ਨਾ ਸੰਸਾਰ ਤੋਂ ਕਹੇ ਚ ਭਾਵੇਂ ਗਲਤ ਹੀ ਹੁੰਦਾ ਰਹੇ ਵਾਹਿਗੁਰੂ ਸੁਰਤੀ ਉਸ ਅਵਸਥਾ ਚ ਚਲੀ ਜਾਊਗੀ ਕਿ ਤੁਸੀਂ ਇਹਨਾਂ ਪੰਜਾਂ ਤੋਂ ਰਾਜ ਕਰ ਸਕਦੇ ਹੋ ਹੁਣੇ ਤਾਂ ਆਪਾਂ ਇਹਨਾਂ ਨੂੰ ਰੋਕਣੇ ਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਆਪਣੇ ਆਪ ਦੇ ਵਿੱਚ ਇੰਨੀ ਪਾਵਰ ਨਹੀਂ ਹੈਗੀ ਇਤਨੀ क्षमता ਨਹੀਂ ਹੈਗੀ ਕਿ ਆਪਾਂ ਇਹਨਾਂ ਨੂੰ ਰੋਕ ਸਕੇ ਲੇਕਿਨ ਇਹਨਾਂ ਦੀ ਕਮਜ਼ੋਰੀ ਨੂੰ ਪਕੜੋ ਇਹਨਾਂ ਦੀ ਗਹਿਰਾਈ ਨੂੰ ਪਕੜੋ ਪੰਜਾਂ ਦੀ ਕਿ ਇਹ ਸ਼ੁਰੂਆਤ ਕਿੱਥੇ ਤੇ ਹੋ ਰਹੀ ਹੈ ਕਿੱਥੇ ਤੇ ਕੰਟਰੋਲ ਕਰਦੇ ਹੈ ਸਾਨੂੰ ਜਿਸ ਦਿਨ ਆਪਾਂ ਮੂਲ ਜੜ ਤੱਕ ਪਹੁੰਚ ਗਏ ਫਿਰ ਆਪਾਂ ਇਹਨਾਂ ਨੂੰ ਆਪਣੇ ਅੰਡਰ ਦੇ ਵਿੱਚ ਚਲਾ ਸਕਦੇ ਹਾਂ ਲੇਕਿਨ ਚਲਾ ਤਬ ਸਕਦੇ ਹਾਂ ਜਦ ਪਹਿਲੇ ਆਪਾਂ ਨੂੰ ਇਹਨਾਂ ਤੋਂ ਫਰਕ ਪੜਨਾ ਬੰਦ ਹੋ ਜਾਊਗਾ ਕਿਉਂਕਿ ਇਹ ਸਾਨੂੰ ਨਿੱਕੇ ਨਿੱਕੇ ਪੁਆਇੰਟ ਮਾਰ ਕੇ ਦੇਖਦੇ ਕਿ ਇਹਨਾਂ ਨੂੰ ਫਰਕ ਪੈਂਦਾ ਹੈ ਕਿ ਨਹੀਂ ਜੇ ਸਾਨੂੰ ਫਰਕ ਪੈਂਦਾ ਹੈ ਤੇ ਕਹਿੰਦੇ ਜੀ ਕੰਮ ਹੁਣੇ ਵੀ ਜਾਰੀ ਹੈ ਹੁਣੇ ਵੀ ਖੇਲ ਜਾਰੀ ਹੈ ਨਾ ਤੋਂ ਅਸੀਂ ਵਾਰ ਕਰ ਸਕਦੇ ਹਾਂ ਜਿਵੇਂ ਕਿ ਇੱਕ ਨੇ ਪੁਆਇੰਟ ਮਾਰਾ ਜਿਵੇਂ ਨੂੰ ਕਿ ਆਪਾਂ ਟੈਸਟ ਦਾ ਨਾਮ ਦੇ ਦਿੰਦੇ ਕਿ ਮਾਲਿਕ ਸਾਡਾ ਟੈਸਟ ਲੈ ਰਹੇ ਹੈ ਹੈਨਾ ਉਹ ਕਹਿੰਦੇ ਕਿ ਉਹ ਸਾਨੂੰ ਇੱਕ ਪੁਆਇੰਟ ਮਾਰ ਕੇ ਦੇਖਦੇ ਕਿ ਇਤਨਾ ਸਹਿਜ ਬਣ ਗਿਆ ਕਿ ਇਸ ਅਵਸਥਾ ਦੇ ਵਿੱਚ ਰਹਿਣਾ ਸਿੱਖ ਗਏ ਜਾਂ ਫਿਰ ਇਹਨਾਂ ਤੋਂ ਉਹਨਾਂ ਨੂੰ ਫਰਕ ਪੜਦਾ ਯਹੀ ਤਾਂ ਮਾਲਿਕ ਨੇ ਖੇਲ ਬਣਾਇਆ ਹੈ ਪੰਜਾਂ ਦਾ ਆਪਣਾ ਅਗਰ ਸਾਨੂੰ ਉਹਨਾਂ ਤੋਂ ਫਰਕ ਪੜ ਰਿਹਾ ਹੈ ਤੇ ਵਾਹਿਗੁਰੂ ਹੁਣੇ ਅਸੀਂ ਇਹਨਾਂ ਦੇ ਸਾਥ ਜੁੜੇ ਹੋਏ हैं ਇਹਨਾਂ ਨੂੰ ਤਾਂ ਆਪਾਂ ਨੇ ਇਗਨੋਰ ਕਰਨਾ ਹੈ ਪੰਜਾਂ ਨੂੰ ਇਹ ਅਸੀਂ ਬਰੀਕੀਆਂ ਇਸ ਲਈ ਵਿਚਾਰ ਕਰ ਰਹੇ ਹਾਂ ਵਾਹਿਗੁਰੂ ਕਿ ਇਹਨਾਂ ਦੇ ਕਰਕੇ ਹੀ ਸਾਡੀ ਅਵਸਥਾ ਨਹੀਂ ਬਣਦੀ ਇਹਨਾਂ ਦੇ ਕਰਕੇ ਹੀ ਅਸੀਂ ਨਾਮ ਤੱਕ ਨਹੀਂ ਪਹੁੰਚ ਰਹੇ ਜੋ ਵਾਹਿਗੁਰੂ ਗੁਰਮੰਤਰ ਗੁਰਮੁਖ ਬਹੁਤ ਜ਼ਿਆਦਾ दृढ़ा रहे हैं लेकिन वाहिगुरु गुरमंत्र दृढ़ाने ते जो भाव है वो अन पंजा दे साथ युद्ध करना है और युद्ध ते भाव है कि जो ऐसा नु विचार दे रहे हैं उन्होंने असी फॉलो ना करें उन्होंने असी एक्सेप्ट ना करें लेकिन वो तो बिच आई के आके धक्का करी जाने ना साढ़े साथ कहन तो भाव है कि सिमरन दे टाइम ही नहीं सिमरन तो बाद भी साने झाकी मार के देखना कि हुन भी धक्का कर रहे हैं साढ़े साथ या साढ़े विच बदलाव आ गया अगर साढ़े विच सहज आ गया तो ठीक है सिमरन जो हो रहा है वो कामयाब हो रहा है जो साढ़े विच सहज नहीं आया तो ऐसा मतलब कि सिमरन ठीक नहीं हो रहा क्योंकि सिमरन की विधि ही सहज लाने के लिए है कनी पाउण पानी अगन विसराओ तह निरंजन सच्चा नाओ पौड़ पानी अगन तो भाव है कि जो है पौड़ पानी अगन तो तत्व अन तत्वों तो जो विचार तैयार हो रहे हैं ऐना तो सुरती ऊपर उठ गई
ਨਾਮ ਤੱਕ ਪਹੁੰਚ ਜਾਓਗੇ। ਨਾਮ ਤੱਕ ਪਹੁੰਚ ਗਈ, ਨਾਮ ਨੂੰ ਹਿਰਦੈ 'ਚ ਵਸਾ ਲਿਆ, ਮਾलिक ਤੋਂ ਪ੍ਰੇਮ ਕਰ ਲਿਆ, ਆਪਣੇ घर पहुंच जाओगे। लेकिन ए बरीकियां साने पकड़ना, साने सिर्फ और सिर्फ और मेरे पास इतने ज्यादा खोलने दे लिए शब्द नहीं रह जाते कि मैं खोला। कहन तो भाव है कि मालिक ਨੂੰ ਪ੍ਰੇਮ जब करना सीख गए ਆਪਾਂ ਕਾਮਯਾਬ ਹੋ ਜਾएंगे। ਪਾਗਲਾ ਵਾਲੀ ਸਥਿਤੀ ਦੇ ਵਿੱਚ ਜਾਣਾ ਪਊਗਾ, ਪਾਗਲਾ ਵਾਲੀ ਸਥਿਤੀ ਦੇ ਵਿੱਚ ਕਿ ਮਾਲਿਕ ਤੋਂ ਇਲਾਵਾ ਦੂਜੀ ਚੀਜ਼ ਨਾ ਯਾਦ ਆਵੇ, ਮਾਲਿਕ ਦੀ ਪਰਵਾਹ ਹੋਵੇ। ਇਹਨ ਪੰਜਾਂ ਦੀ ਕੋਈ ਪਰਵਾਹ ਨਹੀਂ, ਸੰਸਾਰ ਦੀ ਕੋਈ ਪਰਵਾਹ ਨਹੀਂ, ਕੰਮ ਕਾਜ ਹੱਥ ਪੈਰਾਂ ਤੋਂ ਕਰੋ ਲੇਕਿਨ ਪਰਵਾਹ ਮਾਲਿਕ ਦੀ। ਕੰਮ ਕਾਜ ਹੱਥ ਪੈਰਾਂ ਤੇ ਕਰੋ ਲੇਕਿਨ ਪ੍ਰੇਮ ਮਾਲਿਕ ਤੋਂ, ਪੰਜਾਂ ਤੋਂ ਕੋਈ ਪ੍ਰੇਮ ਨਹੀਂ, ਪ੍ਰॉपर्टी ਤੇ ਕੋਈ ਪ੍ਰੇਮ ਨਹੀਂ। यूजफुल रह जानी चाहिए माया, यूजफुल। ਉਹਦੇ ਵਿੱਚ ਅਗਰ ਆਪਣੀ ਸੁਰਤ ਹੁਣੇ ਵੀ ਉਸ ਟਾਈਪ ਤੋਂ ਕੰਮ ਕਰ ਰਹੀ ਹੈ ਨਾ ਕਿ ਆਪਾਂ ਨੂੰ ਵਾਹਿਗੁਰੂ, ਆਪਾਂ ਕੀ ਕਹਿੰਦੇ ਕਿ ਵਾਹਿਗੁਰੂ ਸਾਨੂੰ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮਾਫੀ ਮੰਗਦੇ ਕਿ ਜਾਣੇ ਅਣਜਾਣੇ ਦੇ ਵਿੱਚ ਜੋ ਗਲਤੀਆਂ ਹੋ ਗਈਆਂ ਹੋ ਤੇ ਸੱਚੇ ਪਾਤਸ਼ਾਹ ਮਾਫ ਕਰ ਦਿਓ। ਅਣਜਾਣੇ ਦੇ ਵਿੱਚ ਕੋਈ ਗਲਤੀ ਨਹੀਂ ਹੁੰਦੀ, ਸਭ ਕੁਝ ਜਾਣ ਬੂਝ ਕੇ ਹੋਣੀਆਂ ਹੈ। ਸਹਿਜ ਦੇ ਵਿੱਚ ਵਿਚਰ ਕੇ ਦੇਖੋ, ਪਤਾ ਲੱਗ ਜਾਊਗਾ। ਕਿਉਂਕਿ ਇੱਕ ਇੱਕ ਪੁਆਇੰਟ ਦੇ ਜ਼ਿੰਮੇਵਾਰ ਅਸੀਂ ਆਪ ਹੈ। ਅਸੀਂ ਉਹਨਾਂ ਪੰਜਾਂ ਨੂੰ ਆਪਣੇ ਹੱਥ ਫੜਾਣੇ ਹੈ, ਉਹਨਾਂ ਦੇ ਸਾਥ ਖੇਲਣੇ ਦੇ ਲਈ, ਉਹਨਾਂ ਦੇ ਸਾਥ ਚੱਲਣੇ ਦੇ ਲਈ, ਤਾਂ ਸਾਡੀ ਗਲਤੀ ਹੁੰਦੀ ਹੈ। ਜੇ ਆਪਾਂ ਉਹਨਾਂ ਦੇ ਸਾਥ, ਆਪਾਂ ਨੂੰ ਖੂਬ ਪਤਾ ਹੁੰਦਾ ਹੈ ਕਿ ਅਸੀਂ ਹੁਣ ਗਲਤ ਵਿਚਾਰਾ ਕਰਨ ਲੱਗੇ, ਅਸੀਂ ਹੁਣ ਜਦ ਆਪਾਂ ਗੁਰਮਤ ਨੂੰ ਫੋਲੋ ਕਰਦੇ ਹਾਂ ਕਿ ਅਸੀਂ ਹੁਣ ਦੂਜੇ ਮਾਹੌਲ ਦੇ ਵਿੱਚ ਜਾਣ ਲੱਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਖਤ ਮਨਾਹੀ ਹੈ, ਫਿਰ ਆਪਾਂ ਕਹਿੰਦੇ ਜੀ ਵਾਹਿਗੁਰੂ ਜਾਣੇ ਅਣਜਾਣੇ ਚ ਹੋ ਗਈਆਂ ਹੁਣ, ਇਹ ਮਖੌਲ ਹੈ ਪ੍ਰਮਾਤਮਾ ਦੇ ਸਾਥ। ਐਸਾ ਨਹੀਂ ਹੈ, ਸਾਨੂੰ ਖੁਦ ਨੂੰ ਆਪ ਨੂੰ ਪਤਾ ਹੁੰਦਾ ਹੈ। ਜਿਵੇਂ ਲਾ ਲਓ ਹੁਣ ਆਪਾਂ ਕਥਾ ਵਿਚਾਰ ਦੇ ਵਿੱਚ ਬੈਠੇ ਹੈ ਤੇ ਆਪਾਂ ਨੂੰ ਪਤਾ ਹੈ ਕਿ ਅਸੀਂ ਰਿਐਲਿਟੀ ਦੇ ਵਿੱਚੋਂ ਮਾਲਿਕ ਦੀ ਕਥਾ ਸੁਣ ਰਹੇ ਹੈ ਤੇ ਸੁਣ ਰਹੇ ਹੈ, ਮਨ ਨੂੰ ਜਾਣਕਾਰੀ ਹੈ। ਇਸੀ ਤਰੀਕੇ ਤੇ ਮਨ ਜਬ ਦੂਜਾ ਕੰਮ ਕਰਦਾ ਹੈ ਤੇ ਉਹਨੂੰ ਪਤਾ ਹੈ ਕਿ ਆਹ ਕੰਮ ਠੀਕ ਨਹੀਂ ਹੈ, ਲੇਕਿਨ ਫਿਰ ਵੀ ਉਹ ਆਪਣੇ ਆਦੀ ਇਤਨਾ ਹੋ ਗਿਆ, ਉਹਨਾਂ ਦਾ ਭੋਗੀ ਇਤਨਾ ਹੋ ਗਿਆ ਕਿ ਉਸ ਟਾਈਮ ਸੋਚਦਾ ਨਹੀਂ, ਬਸ ਕਰ ਜਾਂਦਾ ਹੈ। ਫਿਰ ਕਹਿੰਦਾ ਕਿ ਅਵਸਥਾ ਨਹੀਂ ਬਣਨੀ। ਇਹ ਬਰੀਕੀ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਤੂੰ ਉਸ ਅਵਸਥਾ ਦੇ ਵਿੱਚ ਚਲਾ ਜਾ ਜਿੱਥੇ ਤੂੰ ਹੈ ਹੀ ਨਹੀਂ। ਉਹਨੂੰ ਕਹੀ ਹੈ ਜਿੰਦੇ ਜੀ ਮਰਨਾ, ਕਹਿੰਦੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਈ। ਜੋ ਵਿਚਾਰਾਂ ਦੇ ਰਾਹੀਂ ਵਿਚਾਰਾਂ ਨੂੰ ਮਾਰ ਕੇ ਅੱਗੇ बढ़ ਗਿਆ, ਉਹ ਬਾਰ-ਬਾਰ ਨਹੀਂ ਮਰਨਾ, ਕਿਉਂਕਿ ਵਿਚਾਰਾਂ ਦੇ ਵਿੱਚ ਹੀ ਜਨਮ ਮਰਨ ਹੈ। ਜਿਸ ਤਰੀਕੇ ਦੇ ਵਿਚਾਰ ਆਪਾਂ ਲੈਂਦੇ ਚਲੇ ਜਾਏंगे, ਜਿਸ ਚੀਜ਼ ਦੇ ਵਿੱਚ ਜਿਨ ਵੀ ਵਿਚਾਰਾਂ ਦੇ ਰਾਹੀਂ ਆਪਾਂ ਆਪਣਾ ਟਾਈਮ ਜ਼ਿਆਦਾ ਸਵਾਸਾ ਰੂਪੀ ਧਨ ਜ਼ਿਆਦਾ ਸਪੈਂਡ ਕਰਦੇ ਚਲੇ ਜਾएंगे ਉਹਨਾਂ ਦੇ ਸਾਥ, ਉਸੇ ਤਰੀਕੇ ਦਾ ਸਾਨੂੰ ਕੱਪੜਾ ਪਾ ਦਿਆ ਜਾਊਗਾ। ਵਾਹਿਗੁਰੂ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਬਰੀਕੀ ਦੇ ਵਿੱਚ ਸੋਝੀ ਦੀ ਗਈ ਹੈ ਕਿ ਮਨ ਰਾਜਾ ਹੈ, ਰਾਜਾ राजा बना के भेजा मालिक ने, लेकिन अपनी वृत्ति गंदी होने के कारण भिखारी बन गया। इच्छाधारी है मन, इच्छाधारी चाहे तो मालिक ते मिलाप कर सकता है अगर अपने आप को पहचान लेवे तो, चाहे जिस जूनी च जा सकता है। इच्छाधारी है, इंसान की जूनी च आना चाहता है, इंसान भी जा सकता है। इच्छाधारी है, मालिक ने इन्हों मानव की देही दे विच भेज के आस पे एक बहुत बड़ी कृपा करी है कि चाहे तो अपने घर आ सकता है, तू खुद अपने आप को पहचान करके चाहे तो जिस जूनी च जा सकता है। सुखमनी साहब जी दे विच बाणी नूं विचार के देखो, इच्छाधारी है आप। कहन तो भाव है कि असी जैसा फॉलो करेंगे वैसे बन जाएंगे। गुरमत नूं फॉलो करेंगे गुरमुख बन जाएंगे, मनमत नूं फॉलो करेंगे मनमुख बन जाएंगे। तो ऐदा जिम्मेवार कौन है? आपा है खुद। जैसे जैसे अपन पंजा तो खेड़ा छुड़ाते चले जाएंगे, गुरमत नूं फॉलो करते जाएंगे, सच्चाई ते गुरमत नूं, जिवें जो कम सच्चाई ते ना हो उहदे विच कामयाबी नहीं है, उस च नाकामयाबी ही सानू मिलूगी। ਆਪਾਂ ਕਿੰਨੀ ਵੀ ਕਥਾ ਕਿਉਂ ਨਾ ਸੁਣ ਲੈ, ਕਿੰਨਾ ਵੀ ਜ਼ਿਆਦਾ ਗੁਰਬਾਣੀ ਗੁਰੂ ਨੂੰ ਕੰਠ ਕਿਉਂ ਨਾ ਕਰ ਲੈ, ਲੇਕਿਨ जब तक रियलिटी ਦੇ ਵਿੱਚ ਨਹੀਂ ਉਤਰਦੇ ਨਾ तब तक ਸਾਡਾ ਪਾਰ ਉਤਾਰਾ ਹੋਣਾ ਹੈ ਨਹੀਂ। ਚਾਹੇ ਆਪਾਂ ਕਿੰਨੀ ਵੀ ਗੁਰਮੁਖਾਰੀ ਸੰਗਤ ਚ ਚਲੇ ਜਾਵੇਂ, क्योंकि साने जो करा है ਉਹਦੇ ਜ਼ਿੰਮੇਵਾਰ ਅਸੀਂ खुद हैं, और उस चीज ਦੀ सफाई साढ़े मन ने आपने करनी है। लेकिन गुरमुखारी संगत करके, साहिब श्री गुरु ग्रंथ साहब महाराज जी की संगत करके सानू इन्ना लाह है कि उस
मतलब रास्ते पे ਚੱਲਣੇ ਦੀ ਸੋਝੀ ਸਾਨੂੰ ਦੀ ਜਾਂਦੀ ਹੈ। ਉਹਨਾਂ ਦੇ ਰਾਹੀਂ ਇਤਨੀ ਹੈਲਪ ਹੋ ਜਾਂਦੀ ਹੈ ਕਿ ਸਾਨੇ ਕਿਸੇ ਤਰੀਕੇ ਤੇ ਵਿਚਰਨਾ ਹੈ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਗੁਰਮੁਖਾਂ ਦੇ ਰਾਹੀਂ ਦੱਸਦੇ ਨੇ ਕਿ ਇਸ ਤਰੀਕੇ ਤੇ ਚਲੋ, लेकिन साने खुद नहीं चलना है वाहिगुरु। सुन सुन के कम नहीं बनना, फॉलो करना पड़ूगा। गुरु ग्रंथ साहब महाराज जी भक्त जਨਾਂ ਨੂੰ देखो, गुरु ਸਾਹਿਬਾਨਾਂ जी ਨੂੰ देखो कैसे उन्होंने अपना जीवन ਦੇ ਵਿੱਚ भक्ति करी, किस तरीके ਤੇ। कबीर दास जी ਦੇ ਹੱਥ ਪੈਰ ਬੰਦ ਕੇ ਗੰਗਾ ਦੇ ਵਿੱਚ ਫੇंकी ਆਏ ਲੋग बहुत चमत्कार दिखा देंगे। ਅੱਜ ਦੇ टाइम ਦੇ ਵਿੱਚ अगर किसी पे निक्की जी थोड़ी जी भी अवस्था बन जावे तो इन्नी सहन शक्ति नहीं हैगी, इन्नी मालिक ਦਾ ਹੁਕਮ ਨਹੀਂ ਹੋਇਆ, ਹੁਕਮ ਨਹੀਂ ਹੈਗਾ ਕਿ ਹੁਕਮ ਤੋਂ ਬਾਹਰ ਹੋ ਜਾਂਦੇ ਆ। ਕ੍ਰੋਧ ਦੇ ਵਿੱਚ ਕਿਸੇ ਨੂੰ ਇਹੋ ਜਿਹਾ ਬਚਨ ਬੋਲ ਦੇਣਾ। ਵਾਹਿਗੁਰੂ ਇਹ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ, ਜਿਨ ਗੁਰਮੁਖਾਂ ਤੋਂ ਨਾਮ ਦੀ ਕਿਰਪਾ ਹੋਗੀ ਉਹਨਾਂ ਨੇ ਬਹੁਤ ਹੀ ਸੋਚ ਸਮਝ ਕੇ ਬੋਲਣਾ ਹੈ ਅਗਲੇ ਨੂੰ, ਕਿਉਂਕਿ ਉਹਦੇ ਵਿੱਚ ਵੀ ਸਾਡੀ ਭਗਤੀ ਚਲੀ ਜਾਂਦੀ ਹੈ। ਉਹਦੇ ਵਿੱਚ ਵੀ ਜੋ ਸਾਨੇ ਮਾਲਿਕ ਤੋਂ ਪ੍ਰੇਮ ਕਰਾ ਹੈ, ਜੇ ਅਗਰ ਸਾਨੇ ਕਿਸੇ ਨੂੰ ਫਿੱਕੇ ਬਚਨ ਬੋਲ ਦਈਏ ਉਹਦੀ ਸਜ਼ਾ ਸਾਨੂੰ ਆਪ ਨੂੰ ਮਿਲਣੀ ਹੈ, ਅਗਲੇ ਨੂੰ ਤਾਂ ਮਿਲਣੀ ਹੈ ਹੀ, ਉਹਦੀ ਸਜ਼ਾ ਸਾਨੂੰ ਆਪ ਨੂੰ ਵੀ ਮਿਲਣੀ ਹੈ। ਇਸ ਕਰਕੇ ਬਹੁਤ ਹੀ ਸਹਿਜ ਵਿੱਚ ਵਿਚਰਨੇ ਦਾ ਰਸਤਾ ਹੈ। जब आप इस अनबरीकियां ਨੂੰ ਪਕੜ ਕੇ ਚलेंगे ਆਪਣੇ ਨਿੱਜੀ ਜੀਵਨ ਦੇ ਵਿੱਚ, ਤਾਂ ਜਾ ਕੇ ਆਪਣੇ पे ਗੁਰਬਾਣੀ ਗੁਰੂ ਕੰਮ ਕਰੂਗੀ। ਤਾਂ ਆਪਾਂ ਉਸ ਅਵਸਥਾ ਦੇ ਵਿੱਚ ਜਾਏंगे, ਤਾਂ ਆਪਾਂ ਅੰਮ੍ਰਿਤ ਰਸ ਪੀਏंगे। जब तक ਆਪਾਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਵਾਹਿਗੁਰੂ, ਫੇਰ ਨਹੀਂ ਸਾਡੀ ਗੱਲ ਬਣਨੀ। तो इस तरीके से साने चल चल के अपने जीवन की जांच ਨੂੰ ਸਿੱਖਣਾ ਹੈ, इन ਬਰੀਕੀਆਂ ਨੂੰ ਪਕੜ ਕੇ। वैसे वाहिगुरु ਆਪਾਂ विचार कर सकते हैं गुरबाणी गुरु ਨੂੰ, खाली गुरबाणी गुरु ਨੂੰ पढ़ के बोल के कि गुरु ग्रंथ साहब महाराज जी आ कह रहे हैं, गुरु ग्रंथ साहब महाराज जी आ कह रहे हैं, लेकिन जब वाहिगुरु सानू बरीकियां ही ना पता लगे तो ਅਸੀਂ केवल सुनन मात्र ही रह जाएंगे। फिर साड़ा भला किवें होगा, ਅਸੀਂ ਕਿਵੇਂ ਆਪਣੇ ਆਪ ਦਾ ਬਚਾਅ ਕरेंगे। ਤੇ ਇਸ ਕਰਕੇ ਇਹ ਵਿਚਾਰਾਂ ਨੂੰ ਬੇਸਿਕ ਤਰੀਕੇ ਤੇ ਖੋਲਣੇ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਇਹ ਪੁਆਇੰਟ ਗਲਤ ਹੋ ਰਹੇ ਜਿਨ੍ਹਾਂ ਦੇ ਕਰਕੇ ਅਸੀਂ ਮਾਲਿਕ ਤੋਂ ਦੂਰ ਬੈਠੇ ਹਾਂ ਅੱਜ, ਜਿਸ ਕਰਕੇ ਕਿ ਸਾਡੀ ਅਵਸਥਾ ਨਹੀਂ ਬਣ ਰਹੀ। ਸਾਨੂੰ ਸਿਰਫ ਮਾਲਿਕ ਨੂੰ, ਆਪਣੇ ਦਿਮਾਗ ਨੂੰ ਇੱਕ, ਆਪਣੇ ਮਨ ਨੂੰ ਇੱਕ ਗੱਲ ਬਣਾ ਦੇਣੀ ਹੈ ਕਿ ਮਾਲਿਕ ਨੂੰ ਪ੍ਰੇਮ ਕਰਨਾ ਹੈ ਤੇ ਮਾਲਿਕ ਨੂੰ ਪ੍ਰੇਮ ਹੀ ਕਰਨਾ ਹੈ। जुनून होना चाहिए अपने अंदर। लेकिन अगर आप उन्होंने टाइम के साथ बट के करेंगे तो वाहिगुरु नई गल बननी। उन भक्त जनां गुरु साहिबानां नूं आपां ने देखना है कि उन्होंने जो जीवन दी, गुरु नानक महाराज दा अगम जोत थे, मालिक दे सर्व कला संपूर्ण बोध थे आए। उन्होंने जीवन शैली देखो, उन्होंने देखो कि उन्होंने किस तरीके से आके दुनिया च विचरे। वो गुरु गोबिंद सिंह महाराज जी नूं देखो कैसे विचरे, वो किंतु परंतु च नहीं विचरे ना। लेकिन अगर असी किंतु परंतु च ही विचरते रहेंगे फिर अपनी गल कैसे बनूगी। आप उन्होंने सिखार्थी हैं, उन्होंने गुण अपने अंदर आने चाहिए, ता आप मालिक तो मिलाप करेंगे। इस तरीके से वाहिगुरु सामने चलना है। जिवें कि सानू गुरबाणी गुरु दे विच की सोझी दी गई, मनमुख दे बारे च की बोला गया है। कहने दुर्मत भागहीन मत फीके, नाम सुनत आवे मन रोहे। कौआ काग क्यों अमृत रस पाइए, तृप्ते बिष्टा खाई मुख कोहे। कहने भी ऐसे जो भागा तो हीने है, जिन्हां दी मत फिक्की है, फिक्की जिन्हां नूं अमृत रस ही नहीं आंदा। जिवें कि कौए नूं अगर अमृत रस दा प्याला रख दो ते वो बिख गंदगी च ही चोंच मारूगा। इस करके साने या सोची लैनी, अगर गुरु ग्रंथ साहब महाराज जी सानू अमृत पीन दी गल दसदे हैं ते साने उस तरफ अपने कदम बढ़ाने हैं, इन पंजा दी तरफ नहीं बढ़ाने। हुण एक अंदर ऐसा प्रेम जगाना है कि बाकी किसी चीज तो प्रेम ना रह जावे। और जिस दिन वाहिगुरु या भी साड़ी अपने निजी प्रैक्टिकल दी दसदे हैं, जिस दिन मालिक तो प्रेम हो गया सारे संसार तो प्रेम हो जाएगा, सारे संसार तो। ਆਪਾਂ ਕਹਿੰਦੇ ਜੀ ਸਾਰਿਆਂ ਨੂੰ ਛੱਡ ਦੇ ਮੈਂ, नहीं वाहिगुरु काल दा खेड़ा छड्डना है सुरत करके। जिस दिन काल दा खेड़ा छड्ड गए ना, पूरी दुनिया च जिन्ना भी तुसी नजर मार के देखोगे प्रेम दी बरखा हुंदी होई दिसोगी, ब्रह्म दे विच भी और जिथे तुसी आप खेलोगे उत्थे भी। सामने वाले दा व्यवहार भावें कैसा ही होवे लेकिन थोड़े लिए उहदा चेंज हो जाऊगा, क्योंकि उहदे विच जो पंज पहले विचरदे थे ना, वो थानू सुखम दे विच देखेंगे कि ए मालिक दे संगी है, पार ब्रह्म दे संगी है, वो थानू सलाम करेंगे। फिर
ਉਹ ਤੁਹਾਡੇ ਨਾਲ ਧੱਕਾ ਨਹੀਂ ਕਰਨੇ ਰੇ, ਸਲਾਮ ਕਰਨਗੇ, ਸਤਿਕਾਰ ਕਰਨਗੇ, ਕਿਉਂਕਿ ਉਹ ਆਪਾਂ ਨੂੰ ਸੁੱਖਮ ਦੇ ਵਿੱਚ ਦੇਖਦੇ ਹੈ, ਆਪਣੇ ਮਨ ਨੂੰ ਦੇਖਦੇ ਹੈ। ਆਪਾਂ ਕਹਿੰਦੇ ਕਿ ਆ ਬੰਦਾ ਸਾਡੇ ਸਾਥ ਐਸਾ ਕਰਦਾ ਹੈ, ਉਹ ਆਪਾਂ ਉਹਨੂੰ ਫੋਲੋ ਕਰਦੇ ਹਾਂ ਤਾਂ ਉਹ ਹੁਣ ਐਸਾ ਕਰ ਰਿਹਾ ਹੈ। ਕੋਈ ਬੰਦਾ ਨਹੀਂ ਹੈਗਾ, वो मट्टी ਦਾ ਪੁਤਲਾ ਹੈ, ਉਹਦੇ ਵਿੱਚ ਉਹ ਜੋ ਪੰਜ ਬੈਠੇ हैं वो ਕਰਦੇ हैं ਸਾਡੇ ਸਾਥ ਐਸਾ। ਕਿਉਂ? ਕਿਉਂਕਿ ਆਪਾਂ ਉਹਨਾਂ ਤੇ ਪ੍ਰਭਾਵਿਤ ਹੁੰਦੇ हैं। ਆਪਾਂ जब ਉਹਨਾਂ ਤੋਂ ਪ੍ਰਭਾਵਿਤ ਹੋਣਾ ਬੰਦ ਕਰ ਦੇंगे, ਆਪਾਂ ਗੁਰਬਾਣੀ ਗੁਰੂ ਤੇ ਪ੍ਰਭਾਵਿਤ ਹੋਏਗੇ, ਫਿਰ ਇੱਕ ਦਿਨ ਐਸਾ ਹੋ ਜਾਊਗਾ, वो देख लेंगे कि ਇਹ ਸਾਡੇ ਕੰਟਰੋਲ ਤੇ ਬਾਹਰ ਨਿਕਲ ਗਏ, ਹੁਣ ਇਹ जीत गए, फिर वो नौकर ਦੀ पदवी ਚ आ जाएंगे। गुरबाणी गुरु च लिखा है, आप पढ़ते हैं, जो वो महाबली हैं, जो महाबली बने हुए हैं, फिर वो साढ़े चाकर बन जाएंगे, परमात्मा साढ़े चाकर बना देंगे उन्होंने। फिर साढ़े साथ दुनिया का कोई भी, दुनिया ਦੇ ਵਿੱਚ कोई नहीं हैगा, ये मट्टी के पुतले घूम रहे हैं, सिर्फ एक मालिक है और ये पंजा का खेल है, इतना खेल है बस। आप कहने वो आप इतना ज्यादा नहीं सोचना। भावे तुसी संसार के किसी भी कोने चले जाओ, ये पंज मिलेंगे और मालिक, चाहे वो किसी भी बंदे च बिछड़ा है, लेकिन बिछड़ेंगे ये पंजी। बाहर से तो बंदा वो कार्टून है, बाहर से तो मट्टी का पुतला है, वो विचरदे ਉਹਦੇ ਵਿੱਚ ਪੰਜੇ ਹੈ। जिस दिन साने उन पंजा पे फतेह पा ली, सोचो संसार पे फतेह पा ली। कहने मन जीते जग जीत, ਇਹ ਪੁਆਇੰਟ ਨੂੰ ਆਪਾਂ ਨੇ ਪਕੜਨਾ। ਗੁਰੂ ਨਾਨਕ ਮਹਾਰਾਜ ਸਾਨੂੰ ਕੀ ਸੋਝੀ ਦੇ ਰਹੇ, ਕਹਿੰਦੇ ਮਨ ਜੀਤਾ ਜਗ ਜੀਤ, ਕਿ ਜਿਸ ਦਿਨ ਮਨ ਨੂੰ ਜੀਤ ਲਿਆ, ਉਸ ਦਿਨ ਆਪਾਂ ਰਾਜੇ ਹੋ ਗਏ, ਆਪਾਂ ਨੇ ਸੰਸਾਰ ਨੂੰ ਜਿੱਤ ਲਿਆ, ਸੰਸਾਰ ਨੂੰ। ਉਸ ਦਿਨ ਆਪਾਂ ਬਿਰਲੇ ਹੋ ਗਏ, ਉਸ ਦਿਨ ਆਪਾਂ ਸੂਰਮੇ ਹੋ ਗਏ। ਕਿਆ ਹੈ ਬਰੀਕੀ, ਤੁਸੀਂ ਜਿੱਥੇ ਵੀ ਜਾਓਗੇ, ਫਿਰ ਭਾਵੇਂ ਉਹ दृष्टमान रूप ਦੇ ਵਿੱਚ ਕੋਈ ਵੀ ਬੰਦਾ ਕਿਉਂ ਨਾ ਬੈਠਾ ਹੋ, ਅਗਰ ਉਹਦੇ ਵਿੱਚ ਉਹ ਪੰਜ ਬੈਠੇ ਹੈ ਨਾ, ਕੋਈ ਵੀ ਬੈਠਾ ਹੈ ਉਨ ਪੰਜਾਂ ਦੇ ਵਿੱਚ, ਤੇ ਜੇ ਤੁਸੀਂ ਜਾਓਗੇ ਤਾਂ ਉਹ ਦ੍ਰਿਸ਼ਟੀ ਦੇ ਦੁਆਰਾ ਤੁਹਾਨੂੰ ਕੈਚ ਕਰਕੇ ਤੁਹਾਨੂੰ ਅੰਦਰ ਤੇ ਸਤਕਾਰ करेंगे, क्योंकि विचरता वो पंज ही रहे हैं ना, क्योंकि थाने उन पंज में फतेह पा ली, सलाम करेंगे थाने और परे हो जाएंगे। थोड़ा थोड़ा जो मालिक एक दायरा बना देंगे, ਉਹਦੇ ਵਿੱਚ वो एंटर नहीं होने, क्योंकि ਉਹਨਾਂ ਨੂੰ पता है कि ये पार ब्रह्म देव सकाल पुरख परमात्मा ਦੇ ਸੰਗੀ है, ਇਹਨਾਂ ਤੋਂ ਪੰਗਾ ਨਹੀਂ ਲੈਣਾ, ਇਹਨਾਂ ਤੋਂ ਦੂਰ ਰਹਿਣਾ ਹੈ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਅਸੀਂ ਮਹਾਬਲੀ ਹੋ ਕੇ ਵੀ ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਨਹੀਂ ਲਾ ਪਾਏ, ਇਹ ਹੁਣ ਮਾਲਿਕ ਦੇ ਹੁਕਮ ਦੇ ਵਿੱਚ ਆ ਗਏ, ਤੇ ਇਹਨਾਂ ਤੋਂ ਸਾਨੇ ਦੂਰ ਹੀ ਰਹਿਣਾ ਹੈ। ਜਿੱਥੇ ਤੁਸੀਂ ਆਪਣੀ ਦ੍ਰਿਸ਼ਟੀ ਅੱਗੇ ਦੀ ਅਸੀਂ ਬਾਤ ਕਰਦੇ ਹਾਂ, ਵਾਹਿਗੁਰੂ ਭਰੋ, ਅਸੀਂ ਇਸ ਲਈ ਇਹ ਵਿਚਾਰਾ ਕਰਦੇ ਹਾਂ ਤਾਂ ਕਿ ਕਲੀਅਰਟੀ ਦੇ ਵਿੱਚ ਆ ਪਤਾ ਚੱਲ ਜਾਵੇ ਕਿ ਆ ਖੇਲ ਹੈਗਾ, ਔਰ ਇਸ ਖੇਲ ਤੇ ਇਸ ਅਵਸਥਾ ਦੇ ਵਿੱਚ ਜਾਇਆ ਜਾ ਸਕਦਾ ਹੈ। ਆ ਸਾਰਾ ਖੇਲ ਚੱਲ ਰਿਹਾ ਹੈ, ਬਾਰੀਕ ਖੇਲ ਹੈ, ਬਹੁਤ ਬਹੁਤ ਬਾਰੀਕ। ਜਿੱਥੇ ਤੁਸੀਂ ਜਾਓਗੇ ਆਪਣੀ ਦ੍ਰਿਸ਼ਟੀ ਦੇ ਦੁਆਰਾ ਇਹਨਾਂ ਤੋਂ ਕੰਮ ਲੈ ਸਕਦੇ ਹੋ, ऐसे विचरना है, फिर हो जाऊगा आनंद ही आनंद, आनंद ही आनंद जिथे जाओ, क्योंकि सारे च मालिक है। कहते तू घट घट अंतर सर्व निरंतर हर एक को पुरख समाना। गुरु साहबान ने भक्त जना ने देखा होगा ना कि हर घट दे विच बैठा है, एवें ही थोड़ी बोल दिया कि जैसे कि आप काल्पनिक बात करते हैं जी होगा, उन्होंने देखा है, ता लिखा है, हर एक जगह उन्होंने देखा है मालिक ने, ता लिखा है। उन्होंने सारे भोगां नू करके देखा है, उसके बाद लिखा है डिठा सब संसार सुखना नाम बिन, नाम दे बिना सुख नहीं हैगा। उन्होंने निजी प्रैक्टिकल लिखा है, ਤੇ ਆਪਾਂ ਨੇ ਸਿਰਫ ਉਸ ਗਹਿਰਾਈ ਦੇ ਵਿੱਚ ਜਾ ਕੇ, ਉਸ ਸਾਗਰ ਦੇ ਵਿੱਚ, ਉਸ ਸਮੁੰਦਰ ਦੇ ਵਿੱਚ ਉਤਰਨਾ ਹੈ, ਜਿਹਦੇ ਵਿੱਚ ਜਿੰਨੀ ਆਪਾਂ, ਜਿਵੇਂ ਗੁਰਮੁਖਾਂ ਨੇ ਸਾਨੂੰ ਸੋਝੀ ਦੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸਾ ਸਾਗਰ, ਐਸਾ ਸਮੁੰਦਰ ਹੈ ਜੋ ਜਿੰਨੀ ਕੁ ਗੋਤਾ ਮਾਰੂਗਾ ਉਨੇ ਹੀਰੇ ਚੁੱਕ ਲਊਗਾ। ਤੇ ਆਪਾਂ ਨੂੰ ਡੀਪਲੀ ਜਾਣਾ ਹੈ, ਗਹਿਰਾਈ ਦੇ ਵਿੱਚ ਜਾਣਾ ਹੈ, ਆਪਣੇ ਆਪ ਨੂੰ ਪਹਿਚਾਨਣੇ ਦੇ ਲਈ ਉਹ ਬਣੇ ਹੈ ਆਪਾਂ, ਨਾ ਕਿ ਦੁਨਿਆਵੀ ਕੰਮ ਕਾਜ ਕਰਨ ਦੇ ਲਈ। ਆਪਾਂ ਨੇ ਇੱਕ ਮੇਨ ਆਪਣਾ ਕੰਮ ਬਣਾ ਲਿਆ ਦੁਨਿਆਵੀ ਕੰਮ ਕਾਜਾਂ ਕਰਨੇ ਨੂੰ। ਵਾਹਿਗੁਰੂ ਆਪਾਂ ਆਪਣੇ ਆਪ ਨੂੰ ਪਹਿਚਾਨ ਕਰੋ, ਆਪਾਂ ਰਾਜੇ ਹੈ, ਰਾਜੇ ਭਿਕਾਰੀ ਨਹੀਂ ਹੈਗੇ। ਆਪਾਂ ਨਾਲ ਪੰਜਾਂ ਦੇ ਅੱਗੇ ਭੀਖ ਮੰਗਦੇ ਰਹਿੰਦੇ ਥਾਂ ਥਾਂ ਤੋਂ ਜਾ ਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਜਾ ਕੇ ਆਪਾਂ ਕੀ ਕਹਿੰਦੇ, जो मालिक के नाम के अलावा और मालिक के अलावा जो भी कुछ मंग रहे हैं वो भिखारी की सिचुएशन च खड़े हैं, भिखारी भी, क्योंकि वो काल दी चीजा मंगते हैं मालिक तो जाके कि वाहिगुरु आ हो जावे, आ हो जावे। काल दी भीख मंगने, काल दी भीख।
भिखारी है वो काल दे। और मालिक की सोची दे रहे हैं, कहने मन तू समझ जा मेरे बच्चे, मैंने तेनू राजा बनाया, तू राजा है, पंजा दा राजा है ना, तो कमल है। मर्जी चाहे अमृत रस पी, मर्जी चाहे सुख महल च रह, मर्जी चाहे नाम दे राही जिथे घूम, आनंद च रह। तेरे लिए बनाई है यह धर्मशाला, आनंद च रह। तू ना तो भीख मंगदा रहना है, ऐसा नासवान है। जे तू ना तो भीख मंगने जाएगा तेनू दात पा देंगे, फिर तेरे नाल धक्का करेंगे। है ना तो इन्हां दियां दातां ना मंगे करें। तू मेरा बच्चा है, मेरी औलाद है, थिर घर आ जा। कहने थिर घर बैसो हरिजन प्यारे, सतगुरु तुमरे काज सवारे। साने थिर घर वापस लौटना वाहिगुरु, सानू जो मानुख दी देही दी गई है सिर्फ और सिर्फ मालिक दे मिलाप दे ਲਈ दी गई है, दूजा ਕੰਮ ਸਾਡਾ ਹੈਗਾ ਨਹੀਂ। ਤੇ ਭਈ ਪ੍ਰਾਪਤ ਦੇਖੋ ਇਹਨਾਂ ਦੀ ਬਰੀਕੀਆਂ ਨੂੰ ਪਕੜੋ, ਕੇਵਲ ਆਪਾਂ ਪੜਨ ਤੱਕ ਸੀਮਿਤ ਰਹਿ ਜਾਂਦੇ ਹਾਂ। ਤੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲੜਖੀ ਇਹ ਤੇਰੀ ਵਰਿਆ। ਇਹਨੂੰ ਪ੍ਰੋਪਰ ਦਿਮਾਗ 'ਚ ਉਤਾਰ ਲਓ, ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਕਹਿ ਦਿਆ ਕਿ ਮਾਲਿਕ ਤੋਂ ਮਿਲने ਦੀ ਬਾਰੀ ਹੈ ਤਾਂ ਹੈ। ਉਹਨਾਂ ਨੇ ਸੱਚੀ ਕਹੀ ਹੈ ਬਾਤ। ਕਹਿੰਦੇ ਭਈ ਪ੍ਰਾਪਤ मानुख दे हुरिया, गोविंद मिलड़ की एह तेरी वरिया, अवर काज तेरे किते ना काम। जब वो कह रहे हैं कि और दूजे ਕੰਮ तेरे किसी लायक ही नहीं हैगे, ਤਾਂ ਮੰਨ ਲਓ ਹੈਗੇ ਨਹੀਂ। ਲੇਕਿਨ ਆਪਾਂ ਮੰਨਦੇ ਨਹੀਂ, ਫੇਰ ਵੀ ਆਪਾਂ ਉਹਨਾਂ 'ਚ ਇੰਟਰਫੇਅਰ ਕਰੀ ਜਾਂਦੇ। ਫਿਰ ਕਹਿੰਦੇ ਮਾਲਿਕ ਤੋਂ ਮਿਲਾਪ ਹੋ ਰਿਹਾ। ਛੁੱਟਣਾ ਪੜੂਗਾ ਭਾਈ, ਹੱਥ ਪੈਰਾਂ ਤੇ ਨਹੀਂ, ਸੁਰਤ ਤੇ ਨਿਕਾਲਣਾ ਪੜੂਗਾ, ਸੁਰਤ ਤੇ। कहने मिल साध संगत भज केवल नाम। सच्ची संगत ਨੂੰ ढूंढ के, सच्ची संगत कौन सी? साध संगत ऐसी जानी है जिथों एको नाम खानी है। उठे बह के नाम दी भक्ति कर ले, अपने आप ਨੂੰ पहचान ले, तू खुद नाम रूप है। अपने स्वरूप ਨੂੰ पहचान, तू राजा है, अपने घर वापस उड़ जा। फिर 84 ਚ जाएगा, फिर धक्के खाएगा, ਜੂਨਾ ਦੇ घेरे चला जाएगा। ਇਹ ਪੰਜਾਂ ਨੇ फिर ਤੈਨੂੰ तंग करना है। परमात्मा सानू सोची जाने, मेरे बच्चे अपने घर वापस आ जा, तू राजा बनाया मैंने, एदा राजा बनाया है तू। काया नगरी को अपना कम ले ले, ये काया तेन एक महल दिया है, ये नगरी दी है, तू कम लेके अपने घर वापस मुड़िया। तू आ संसार दे लई नहीं बना, अतः मैंने एक खेल बनाया, तू मेरा ही अंग है, तू मेरे विच आ जा। आ सानू सोची दे रहे गुरु ग्रंथ साहब महाराज रियलिटी दे विच। जे आपां नू फॉलो करेंगे ते वाहिगुरु भरोसा है जरूर मालिक च समाएंगे। लेकिन अगर आपां नू एक निक्के जे पॉइंट दे लई भी आपां इस तो अलग गए ते आपां मालिक दे विच नहीं समा सकदे। ते साडे विच खोट रह गया, साडे विच किसी दे प्रति दुविधा रह गई, अज भी आपां किसी दी निंदा मार दिंदे हैं ते वाहिगुरु हुणे घर दी सफाई पूर्ण तरीके ते होई नहीं, ਉਹਦੀ ਸਜ਼ਾ ਆਪਾਂ ਨੂੰ ਭੋਗਣੀ ਹੈ। ਜੇ ਆਪਾਂ ਇੱਕ ਗੱਲ ਵੀ ਕਿਸੇ ਦੇ ਬਾਰੇ ਚ ਗਲਤ ਬੋਲਦੇ ਹਨ ਤੇ ਉਹਦਾ ਵਿਆਜ ਸਹਿਤ ਵਾਪਸ ਕਰਨਾ ਪਊਗਾ। यह सच्चाई है। इस तरीके से इन्नी बारीकी च विचरेंगे ता मालिक तो मिलाप होगा। और सारिया बारीकियां प्रेम दे विच ही आ जाएंगे, सारिया बारीकियां। बस मालिक दा ही नाम ना भूलो, मालिक नू ही वाहिगुरु वाहिगुरु करके बुलाना ना भूलो। बस सारा कुछ, जितनी भी एज हो गई, कोई जॉब कर रहा है या कोई किसी और चीज से जुड़ा होया, कोई बच्चा च जुड़ा होया, कोई फैमिली च जुड़ा होया, अपने अंदर झांकी मार के देख लो, क्योंकि आने वाले समय का कोई भरोसा नहीं हैगा। असी अपने घर वापस आना जाना सीख जावे, फिर असी बेफिक्र हो जाएंगे। लोक सुहेले पर लोक सुहेले, जिन्हें आ खेल सीख लिया ਉਹਦਾ लोक भी सुहेला है पर लोक भी सुहेला है। ਆਪਾਂ ਨੂੰ लगता है कि आप जब अपना लास्ट टाइम आना है, आप मालिक के घर जाएंगे, अपनी डेथ होगी ता जो होना है ता होगा। नहीं नहीं, जो साड़ा हुण दा समय है ਇਹਨੂੰ भी ਅਸੀਂ ਇੰਨੇ आनंद ਦੇ ਵਿੱਚ बिताएंगे। मर्जी चाहेंगे खेलेंगे इन पंजां के साथ, मर्जी नहीं है नहीं खेलेंगे। मालिक ने राजा बना दिया, पहचान कर ली ना जब सामने अपनी, तो राजे बन गए। मर्जी चाहे खेलो, शरीर तोड़ के कम काज करो, सुरत रूप ते अमृत रस पियो, सुख महल च रहो, आनंद च रहो। ऐसे अपनी जिंदगी बीत जाओगी। जब अदर ते श्वासा रूपी धन खत्म हो गया, मालिक का बुलावा आया, मालिक नू आपां समर्पण के चलो अकाल पुरख जी, क्योंकि कोई किते नहीं जाना। सारी सोची आपां नू है कि किथे जा रहे हैं जी, आनंद दे विच जा रहे हैं आपां, खुशी दे मारे। जिवें कि अगर जिस कहने जिस मरने ते जग डरे, वो कहने मरने ते कबीरदास जी कहने संसार डरदा है और मैनू खुशी है, मेरा मन आनंद च है। क्यों? क्योंकि जितना आनंद मरने च हैगा उतना आनंद
उतना आनंद किस चीज च हैगा ही नहीं। जीने से आनंद ही नहीं है, मरने च ही आनंद है। लेकिन ਆਪਾਂ ਕੀ ਕਰਾਂਗੇ ਜੀ, ਉਹ ਮਰ ਗਿਆ, कितना गंदा फील करते हैं लोग। वाहिगुरु, मरने च इतना आनंद है कि शब्दां च लाया नहीं जा सकता। जो असलियत का मरना है वो है परम आनंद। नाम दे राही जो मरना है वो है परम आनंद, ਉਹਨੂੰ ਸ਼ਬਦਾਂ ਚ नहीं ਲਾਇਆ ਜਾ ਸਕਦਾ। जिस दिन सुरती नाम ਦੇ ਵਿੱਚ ਸਮਾ ਕੇ ਮਾਲਿਕ ਦੇ ਸਨਮੁਖ हो गई, सोचो जन्म मरण खंडन हो गया। उस दिन सच्ची मुच्ची मर गई, उस दिन ਉਹਦਾ असली जन्म हो गया मालिक ਦੇ घर। इतना आनंद है मरने च। मरने ਦੇ आनंद ਦੀ सीमा नहीं लाई जा सकती। शब्दां च अगर ਅਸੀਂ कोशिश भी करें दसने की ते नहीं दसा जा सकता। इतना आनंद है मरने च। बार बार फिर मरने ਨੂੰ ही जी करूगा। मरदे ਆਪਾਂ डेली है, लेकिन नाम ਦੇ ਰਾਹੀਂ नहीं मरते। जिस दिन ਅਸੀਂ नाम ਦੇ ਰਾਹੀਂ मर गए, फिर तो ਅਸੀਂ मालिक ਨੂੰ होके मारेंगे कि वापस ही नहीं जाना, ऐसी अवस्था च रहना चाहते हैं। इतना आनंद है मरने च। ਤੇ ਉਸ ਪਰਮ ਆਨੰਦ ਦੇ ਲਈ ਮਾਲਿਕ ਸਾਨੂੰ ਅਨਹਦ ਬਾਣੀ ਦੇ ਰਾਹੀਂ ਸਾਨੂੰ ਆਵਾਜ਼ਾਂ ਮਾਰਦੇ ਆਪਣੇ ਘਰ ਵਾਪਸ ਹੋ ਰਿਹਾ। ਉੱਥੇ ਜਾਣਾ ਹੈ ਆਪਾਂ ਸਾਰਿਆਂ ਨੂੰ, ਉਸ ਆਨੰਦ ਦੇ ਵਿੱਚ ਲੀਨ ਹੋਣਾ ਹੈ ਜਿਹਦੇ ਆਪਾਂ ਬੱਚੇ ਹੈ। लेकिन इन पंजा तो खेड़ा छुड़ाना पड़ूगा, इन पंजा तो परहेज करना पड़ूगा, बरीकी ਦੇ ਵਿੱਚ ਜੀਵਨ ਜੀਣਾ ਪੜੂਗਾ, ਸਹਿਜਤਾ ਦੇ ਸਾਥ, ਹੁਕਮ ਦੇ ਵਿੱਚ, ਮਾਲਿਕ ਦੇ ਹੁਕਮ ਦੇ ਵਿੱਚ। फर्क नहीं पड़ना चाहिए पंजो करदे की है। ता कहलाएंगे आप सूरमे, ता कहलाएंगे आप बिरले, ता होगा परमानंद। उस दिन बनेंगे आप खालसे। खालसा शब्द बोल रहे हैं ना, दोहरा पढ़ते कि राज करेगा खालसा। कितने ਆਪਾਂ ਉੱਚੀ आवाज ਦੇ ਵਿੱਚ ਕਹਿੰਦੇ, आखी रहे ना कोई। कहने झाकी मार के देख लो, खालसे हो गए या फिर मिलावट रहे। जे केवल बोलने मात्री है ਤੇ ਆਪਾਂ ਤਾਂ ਵਿੱਚ ਉਹਦੇ ਵਿੱਚ ਸ਼ਾਮਿਲ ਹੀ ਨਹੀਂ ਹੋਏਗੇ। ਫਿਰ ਜੇ ਅਗਰ ਖਾਲਸੇ ਬਣ ਗਏ ਤੇ ਵਾਹਿਗੁਰੂ ਖਾਲਸਾ ਦ੍ਰਿਸ਼ਟਮਾਨ ਦੇ ਵਿੱਚ ਹੀ ਰਾਜ ਨਹੀਂ ਕਰਦਾ, ਦ੍ਰਿਸ਼ਟਮਾਨ ਤੇ ਪਰੇ ਜੋ ਸੁਖਮ ਖੇਲ ਉਹਦੇ ਵਿੱਚ ਵੀ ਰਾਜ ਕਰਦਾ ਖਾਲਸਾ। और खालसा किसी रियासतों पे राज नहीं करता, खालसा दिलों पे राज करता, दिलों पे, दुनिया पे राज करता खालसा पूरी। अगर वो बॉडी च है ता भी राज करूगा, बॉडी ਨੂੰ ਛੱਡ ਗਿਆ ਤਾਂ भी राज करूगा। ਆਪਾਂ ਨੇ वो खालसे बनना है। ਆਪਾਂ ਉੱਥੇ 10-20 ਸਾਲ 30 ਸਾਲ 40 ਸਾਲ ਕੋਈ ਰੈਪੂਟੇਸ਼ਨ ਬਣਾ ਕੇ ਚਲੇ ਜਾਵਾਂ, ਕਿਹਨੇ ਯਾਦ ਕਰਨਾ ਸਾਨੂੰ? ਕਿਸੇ ਨੇ ਯਾਦ ਨਹੀਂ ਕਰਨਾ। ਆਪਣੇ ਜਿਹੇ कहने यह भूपत सब दिन सचार के, ऐसे भूपत जिन्हें किन्ने आके चले गए साढ़े वर्गे, किसी ने याद नहीं करना सानू। साने खालसे बनना है, खालसे, ताकि जन्म मरण खंडन हो जावे और आनंद ही आनंद हो जावे। वैसे बनना है। वैसे बनने की सोझी सानू गुरु साहबान जी कहते हैं। ऐसा होने नू कह रही है बाणी, ऐसे हो जाओ आप सारे। फिर आऊगा खालसा राज, फिर आऊगा सतयुग रियलिटी ਦੇ ਵਿੱਚ। ਜੇ ਆਪਣੇ ਆਪ ਦੇ ਵਿੱਚ ਹੀ ਹੁਣੇ ਡਬਲ ਮਾਈਂਡ ਆਪਾਂ ਖੇਲ ਰਹੇ, ਹੁਣੇ ਆਪਣੇ ਵਿੱਚ ਹੀ ਨਿੱਕੀ ਨਿੱਕੀ ਬਾਤ ਤੋਂ ਨਿੱਕਾ ਗੁੱਸਾ, तर्क वितर्क, नहीं नहीं नहीं। जो खालसे बनना है तो सहन शक्ति होनी चाहिए अंदर, सहज होना चाहिए। कुछ भी हो रहा ਉਹਨੂੰ ਪੀਣਾ ਸਿੱਖ ਲਓ, ਪੀ ਜਾਓ ਉਹਨੂੰ। ਇੱਕ ਵਾਰ ਜਿਸ ਦਿਨ ਤੁਸੀਂ ਉਹਨੂੰ ਪੀ ਗਏ, ਫਿਰ ਬਾਅਦ ਨੂੰ ਸਾਰਾ ਕੁਝ ਹੁਕਮ ਚ ਆ ਜਾਊਗਾ। एक बार बुझा दो जो भी कुछ है उन्होंने, बस फिर आप मालिक के घर प्रवान होएंगे। उस दिन जीत जाएंगे आप खेल। फिर सानू की फर्क पड़ता दुनिया च की हुंदा की नहीं हुंदा। जिस कम दे लिए आए थे वो सारा कम हो गया। संसार दे विच भावें जो होई जावे, होने ते भाव है वाहिगुरु। ए पंज फिर थोड़ा कुछ बिगाड़ ही नहीं सकते, फिर थोड़े हुक्म च चलेंगे। साड़ा भरोसा है इस चीज का, जिन्ना मालिक ने प्रैक्टिकल कराया है। भावें तुसी भिकारी जी जीवन क्यों ना व्यतीत कर रहे हो दृश्यमान रूप दे विच, भावें थोड़े पास बिल्कुल भी माया क्यों ना हो, लेकिन सुरत अमृत रस पींदी रहूगी ते सुरत सिफत सलाह दा कपड़ा पहन के बैठी रहूगी। राजे दी पदवी ते बैठी है, राजे दी पदवी ते कोई रिलीज नहीं कर सकता होगी। वो राजा बनाने की बात करते हैं गुरु ग्रंथ साहब महाराज साहब। निसग्र श्रेष्ठ का राजा दुखिया, नाम जपत होए सुखिया।
जिनके पल्ले धन वसै तिनका नाउ हीर, जिनके पल्ले हर वसै से नर गुणी हीरो। ਤਾਂ ਗੁਣਾਂ ਦੇ ਸਾਗਰ ਹੈ, ਸਾਗਰ। ਉਹ ਸਾਗਰ ਬਣਨਾ ਆਪਾਂ ਨੂੰ। ਆਪਾਂ ਹੁਣੇ ਬੂੰਦ ਹੈ, ਸਾਗਰ ਦਾ ਰੂਪ ਬਣਨਾ ਹੈ ਮਾਲਿਕ ਚ ਸਮਾ ਕੇ। ਬਸ ਇੰਨਾ ਖੇਲ ਹੈ। ਵਾਹਿਗੁਰੂ ਇਹ ਵਿਚਾਰ ਆਪਾਂ ਇਸ ਲਈ ਕਰਦੇ ਹਾਂ, ਇੰਨੇ ਬੇਸਿਕ ਤਰੀਕੇ ਤੇ ਕੋਸ਼ਿਸ਼ ਕਰਦੇ ਹਾਂ ਮਾਲਿਕ ਦੇ ਹੁਕਮ ਚ ਰਹਿ ਕੇ ਖੋਲਣੇ ਦੀ, ਤਾਂ ਕਿ ਜੋ ਆਪਣੀ ਨਿੱਜੀ ਲਾਈਫ ਹੈ ਜਿਹਦੇ ਵਿੱਚ ਆਪਾਂ ਅੱਜ ਬੈਠੇ ਹਾਂ, ਜਿਹਦੇ ਵਿੱਚ ਆਪਾਂ ਵਿਚਰ ਰਹੇ ਹਾਂ, ਤਾਂ ਕਿ ਉਸ ਤੋਂ ਆਪਾਂ ਇਹਨਾਂ ਛੋਟੇ ਛੋਟੇ ਪੁਆਇੰਟਾਂ ਨੂੰ ਲੈ ਕੇ, ਕਿਉਂਕਿ ਗੁਰਬਾਣੀ ਗੁਰੂ ਬਹੁਤ ਡੂੰਘੀ ਵਿਚਾਰ ਕਰਦੀ ਹੈ, ਬਹੁਤ ਡੀਪਲੀ ਬੋਲਦੀ ਹੈ ਬਾਣੀ। ਔਰ ਸਾਡੀ ਮਤ ਇਤਨੀ ਥੋੜੀ ਹੈ ਕਿ ਇਤਨਾ ਡੀਪਲੀ ਤਾਂ ਆਪਾਂ समझना तो बहुत मुश्किल की बात है। सुनने च भी सानू पता नहीं लगना कहे की ये बाणी, कुछ नहीं, सर दे ऊपर से उतर जाऊगी गुरबाणी। इस करके जब अपनी अवस्था बननी शुरू हो जाऊगी ते गुरबाणी आप चाहे वो जिन्नी भी डीपली क्यों ना हो, वो आप खुलनी साढ़े मना ते शुरू हो जाऊगी। फिर आप गुरबाणी का आनंद ले सकते हैं सुरत करके। ते सानू सुरत करके आनंद चाहिए, भावें सानू कंठ करके की लेना। जितनी क कंठ होंदी है अपने आप प्यार दे राही वो ठीक है, लेकिन अगर साढ़े मना ते खुलनी शुरू हो गई ते असली आनंद ता बनूगा ना। फिर तो गुरबाणी पढ़ोगे, भावें व्याकरण दे राही उदे अर्थ नहीं पता, लेकिन सुरत दे राही पता चल जाओगी गुरबाणी आ कह रही है, इस अवस्था की बात कर रही है। देखो गुरबाणी अमृत इत्थे जाके वरख रहा है, गुरबाणी इत्थे की बात कर रही है। आ थिर घर है, इत्थे की बात कर रही है गुरबाणी। अपने आप गुरबाणी बोलूगी, फिर सोझी दूगी अपने आप सुरत दे राही, खुल गई ना मना पे। इस तरीके ते ਆਪਾਂ ਨੇ ਵਿਚਰਨਾ ਹੈ। तो गुरमुखो या विचार गुरबाणी गुरु दे विच ते ही ਆਪਾਂ साने करिए, जो मालिक ने हुक्म दे विच रह के बुलाया है, मालिक ने आप ने कराई है। गुरबाणी गुरु दे विच ते गुरबाणी गुरु ਨੂੰ आप सारे पढ़ के देख सकते हो, जो जो गुरबाणी गुरु जिन्हां ਨੂੰ कंठ है या सारे विचार ਉਹਦੇ ਵਿੱਚ ਮਿਲੂਗੀ कि नहीं, किसी भी भाषा ਦੇ ਵਿੱਚ किसी भी लफ्जां ਦੇ ਵਿੱਚ लिखी हुई जरूर मिलूगी, साडा भरोसा है। क्योंकि गुरबाणी गुरु दे विच प्रैक्टिकल लिखे हुए हैं मालिक दे मिलाप दे। इस तरीके ते ਆਪਾਂ ਸਾਰਿਆਂ ਨੇ ਵਿਚਰਨਾ ਹੈ। ਤੇ ਵਿਚਾਰ ਕਰਦੇ ਹੋਏ ਗੁਰਮੁਖੋ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਸ਼ਬਦ ਘਟਵਦ ਬੋਲੇ ਜਾਂਦੇ हैं, क्योंकि ਆਪਾਂ ਸਾਰੇ ਬੱਚੇ हैं मालिक दे, मत थोड़ी है। जो भी मालिक बुलाने हैं ਆਪਾਂ बोलते हैं, लेकिन फिर भी ਆਪਾਂ ने ਤਾਂ ਅਕਾਲ ਪੁਰਖ ਪ੍ਰਮਾਤਮਾ जी तो माफी ही मंगनी है, क्योंकि ਆਪਾਂ ਚਾਕਰ है ਉਹਦੇ घर ਦੇ। ਤੇ ਅਨੇਕਾਂ ਹੀ ਪ੍ਰਕਾਰ ਦੀਆਂ ਭੂਲ ਚੁੱਕਾ ਹੋਈਆਂ ਗੁਰਮੁਖੋ, ਆਪ ਤੇ ਗੁਰੂ ਸਾਹਿਬ ਗੁਰਮੁਖੋ ਬਖਸ਼ਣ ਯੋਗ ਹੋ, ਬਖਸ਼ ਦੇਣਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਸਾਨੂੰ ਬਹੁਤ ਹੀ ਸੌਖੇ ਢੰਗ ਦੇ ਨਾਲ ਗੁਰਮੁਖਾਂ ਦੇ ਰਾਹੀਂ ਮਾਲਕ ਨੇ ਸਾਡੇ ਮਨ ਦੀ ਕਹਾਣੀ ਸਮਝਾਈ ਆ। ਗੁਰਮੁਖਾਂ ਨੇ ਬੜਾ ਹੀ ਸੌਖੇ ਢੰਗ ਦੇ ਨਾਲ ਸਾਨੂੰ ਦੱਸਿਆ ਕਿ ਕਿਵੇਂ ਇਹ ਪੰਜ ਜਾਣੇ ਸਾਡੇ ਨੌਕਰ ਬਣਦੇ ਨੇ, ਕਿਵੇਂ ਅਸੀਂ ਇਹਨਾਂ ਨੂੰ ਪਛਾਣ ਪਾਉਂਦੇ ਹਾਂ। ਸਾਨੂੰ ਇੰਨੀ ਜੋ ਸੋਝੀ ਹੈ ਉਹ ਆ ਪਾਉਂਦੀ ਹੈ। ਗੁਰਮੁਖ ਪਿਆਰਿਓ, ਇੱਥੇ ਤੱਕ ਪਹੁੰਚਣ ਦੇ ਲਈ ਇਹਨਾਂ ਪੰਜਾਂ ਦੇ ਨਾਲ ਇੱਕ ਬਹੁਤ ਵੱਡੀ ਜੰਗ ਹੈ। ਅਸੀਂ ਵੀ ਪ੍ਰੈਕਟੀਕਲੀ ਕਰ ਰਹੇ ਹਾਂ ਸਾਰੇ ਹੀ ਮਾਲਕ ਦੇ ਹੁਕਮ 'ਚ ਰਹਿੰਦਿਆਂ ਹੋਇਆਂ। ਇਹ ਜਦੋਂ ਜੰਗ ਬਾਰ ਡਿੱਗਣਾ ਹੈ, ਬਾਰ ਫਿਰ ਦੁਬਾਰਾ ਲੈਸਨ ਲੈਣਾ ਹੈ, ਮਾਲਕ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਇਹਨਾਂ ਦੇ ਨਾਲ ਜੰਗ ਕਰਵਾਉਣੀ ਹੈ। ਔਰ ਕਰਦਿਆਂ ਇੱਕ ਦਿਨ ਜਿੱਦਣ ਮਾਲਕ ਨੂੰ ਸਾਡੇ ਤੇ ਸੰਪੂਰਨ ਭਰੋਸਾ ਆ ਗਿਆ, ਅਸੀਂ ਮਾਲਕ ਦੇ ਨੂੰ ਭਾ ਗਏ, ਤੇ ਉਸ ਦਿਨ ਇਹ ਜਿਹੜੇ ਪੰਜ ਜਾਣੇ ਆ ਇਹ ਫਿਰ ਮਨ ਬੱਚੇ ਦੇ ਨੌਕਰ ਬਣ ਜਾਂਦੇ ਆ। ਸੋ ਗੁਰਮੁਖ ਪਿਆਰਿਓ, ਸਭ ਤੋਂ ਵੱਡੀ ਗੱਲ ਜੋ ਗੁਰਮੁਖਾਂ ਨੇ ਆਪਾਂ ਨੂੰ ਸਮਝਾਈ ਹੈ ਉਹ ਹੈ ਪ੍ਰੇਮ ਤੇ ਭਰੋਸਾ। ਕਦੇ ਵੀ ਸਾਡਾ ਮਾਲਕ ਤੋਂ ਟੁੱਟੇ ਨਾ। ਸੋ ਜਦੋਂ ਸਾਡਾ ਭਰੋਸਾ ਤੇ ਪ੍ਰੇਮ ਬਣਿਆ ਰਹੇਗਾ ਗੁਰਮੁਖ ਪਿਆਰਿਓ, ਅਸੀਂ ਆਨੰਦ ਦੀ ਅਵਸਥਾ 'ਚ ਰਹਿੰਦਿਆਂ ਹੋਇਆਂ ਸਹਿਜ ਸੁਭਾਏ ਹੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰ ਲਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਜੀ। ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਕਿਰਪਾ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੀ ਬਹੁਤ ਹੀ ਕਿਰਪਾ ਕਰ ਰਹੇ। ਮਾਲਕ ਹਰ ਰੋਜ਼ ਬਹੁਤ ਕਿਰਪਾ ਕਰ ਰਹੇ ਨੇ। ਸੋ ਅਸੀਂ ਇੱਕ ਹੀ ਸਾਡਾ ਜੋ ਕਾਰਜ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਵ ਆਪਣੇ ਮਨ ਦੀ ਸਫਾਈ ਕਰਨੀ ਹੈ। ਆਪਣੇ ਮਨ ਦੇ ਉੱਪਰ ਅਸੀਂ ਇੰਨਾ ਜ਼ਿਆਦਾ
ਆਪਣਾ ਇਹਨਾਂ ਪੰਜਾਂ ਦੇ ਨਾਲ ਲੜਨਾ ਹੈ, ਅੰਦਰੋਂ ਆਪਣੇ ਮਨ ਦੀ ਇੰਨੀ ਸਫਾਈ ਕਰ ਲਈਏ ਕਿ ਜਿਹੋ ਜਿਹਾ ਮਾਲਕ ਆ ਉਹੋ ਜਿਹੀ ਆਪਦੀ ਜੋਤ ਨੂੰ ਅਸੀਂ ਪਛਾਣ ਲਈਏ, ਤਾਂ ਜੋ ਸਾਡਾ ਮਾਲਕ ਨਾਲ ਮਿਲਾਪ ਹੋ ਪਾਵੇ। ਗੁਰਮੁਖ ਪਿਆਰਿਓ, ਇਹ ਹਰ ਸਵਾਸ ਦਾ ਕਾਰਜ ਹੈ, ਹਰ ਸਵਾਸ ਦਾ। ਜਿੱਥੇ ਅਵੇਸਲੇ ਹੋ ਗਏ ਉੱਥੇ ਅਸੀਂ ਥੱਲੇ ਡਿੱਗ ਜਾਵਾਂਗੇ। ਫਿਰ ਬੇਨਤੀਆਂ, ਫਿਰ ਜੋਦੜੀਆਂ ਦੇ ਦੁਆਰਾ ਮਾਲਕ ਸਾਨੂੰ ਫਿਰ ਦੁਬਾਰਾ ਗੱਲ ਨਾ ਲਾਉਂਦੇ, ਕਿਉਂਕਿ ਮਾਲਕ ਤਾਂ ਬਹੁਤ ਹੀ ਬਖਸ਼ਣਹਾਰ ਨੇ, ਬਹੁਤ ਜ਼ਿਆਦਾ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਵੀ ਇੰਨੀਆਂ ਗਲਤੀਆਂ ਅਸੀਂ ਕਰ ਰਹੇ ਹਾਂ, ਇੰਨੇ ਅਵਗੁਣ ਆ ਸਾਡੇ 'ਚ। ਮਾਲਕ ਹਰ ਪੈਰ ਤੇ ਸਾਡੀ ਰੱਖਿਆ ਕਰਦੇ ਆ ਆਪ। ਸੋ ਅਸੀਂ ਭਰੋਸਾ ਰੱਖਣਾ, ਹਮੇਸ਼ਾ ਹੀ ਭਰੋਸਾ ਤੇ ਪ੍ਰੇਮ ਦੀ ਅਵਸਥਾ 'ਚ, ਆਨੰਦ ਦੀ ਅਵਸਥਾ 'ਚ ਵਿਚਰਨਾ। ਕੁਛ ਹੋ ਜਾਏ, ਮਾਲਕ ਤੋਂ ਕਦੇ ਵੀ ਸਾਡਾ ਭਰੋਸਾ ਨਹੀਂ ਟੁੱਟਣਾ ਚਾਹੀਦਾ, ਕਦੇ ਵੀ ਨਹੀਂ। ਜੇ ਕਿਤੇ ਏਦਾਂ ਦੀ, ਅਸੀਂ ਮਾਲਕ ਨੂੰ ਇਹੀ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਉਹ ਸਵਾਸ ਹੀ ਨਾ ਆਵੇ ਜਦੋਂ ਸਾਡਾ ਤੇਰੇ ਤੋਂ ਭਰੋਸਾ ਟੁੱਟ ਜਾਵੇ। ਸੋ ਗੁਰਮੁਖ ਪਿਆਰਿਓ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰੀ ਸੰਗਤ ਦਾ, ਕਿਉਂਕਿ ਸੰਗਤ ਦੇ ਚਰਨਾਂ ਦੀ ਧੂੜ ਦੇ ਨਾਲ ਹੀ ਅਸੀਂ ਇਸ ਭਵ ਸਾਗਰ ਨੂੰ, ਵਿਚਾਰਾਂ ਨੂੰ ਪਾਰ ਕਰ ਸਕਦੇ ਹਾਂ। ਸੋ ਇੰਨੀਆਂ ਕੁ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ। ਸਾਡੇ ਤੋਂ ਵੀ ਬੋਲਦਿਆਂ ਹੋਇਆਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ, ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਬਖਸ਼ਣਯੋਗ ਹੋ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਜਿਨ੍ਹਾਂ ਗੁਰਮੁਖਾਂ ਦੀ ਸਿਮਰਨ ਕਰਵਾਉਣ ਦੀ ਸੇਵਾ ਹੈ, ਉਹ ਗੁਰਮੁਖ ਸਿਮਰਨ ਦੀ ਡਿਊਟੀ ਅੱਗੇ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।